ਤੁਹਾਡਾ ਸਵਾਗਤ ਹੈ ਜੀ RG24 ਨਿਊਜ਼ ਚੈਨਲ ਤੇ। ਮੈਂ ਤੁਹਾਡਾ ਆਪਣਾ ਰਾਜ ਗਾਲਵ। ਅੱਜ ਅਸੀਂ ਪਹੁੰਚੇ ਹਾਂ ਜਗਰਾਉਂ ਵਿਖੇ। ਤੁਹਾਨੂੰ ਤੁਸੀਂ ਸਾਰੇ ਜਾਣਦੇ ਹੈਗੇ ਜੋ ਜਿੰਨੀਆਂ ਵੀ ਆਪਣੀਆਂ ਸਿਆਸੀ ਪਾਰਟੀਆਂ ਹੈਗੀਆਂ ਪੂਰੀਆਂ ਪੱਬਾਂ ਭਾਰ ਹੈਗੀਆਂ। ਜਗਰਾਉਂ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ, ਅਕਾਲੀ ਦਲ ਉਹਨਾਂ ਦੇ ਤਕਰੀਬਨ ਜੋ ਕੈਂਡੀਡੇਟ ਹੈਗੇ ਅਨਾਉਂਸ ਹੋ ਚੁੱਕਿਆ, ਪਰ ਜੋ ਕਾਂਗਰਸ ਕੈਂਡੀਡੇਟ ਹੈਗਾ ਉਹ ਹਜੇ ਸਿਰਫ ਸੁਰਖੀਆਂ ਵਿੱਚ ਹੈਗੇ ਵੀ ਦਾਅਵੇਦਾਰੀ ਰੱਖਦੇ ਹੈਗੇ ਆਪਣੀ, ਪਰ ਹਜੇ ਤੱਕ ਕੋਈ ਕਲੈਰੀਫਾਈ ਨਹੀਂ ਹੋਇਆ ਹੈਗਾ ਹਾਈ ਕਮਾਨ ਵੱਲੋਂ। ਆਪਣੇ ਨਾਲ ਬੂਟਾ ਸਿੰਘ ਦੀ ਜੋ ਧੀ ਹੈਗੇ ਆ ਉਹ ਆਪਣੇ ਨਾਲ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਗੁਰਕੀਰਤ ਜੀ ਐਡਵੋਕੇਟ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਆਰ ਨਿਊਜ਼ ਚੈਨਲ ਦੇ ਵੱਲੋਂ ਮੈਂ ਆਪ ਜੀ ਸਾਰਿਆਂ ਦਾ ਸਵਾਗਤ ਕਰਦੀ ਹਾਂ। ਮੈਨੂੰ ਬਹੁਤ ਖੁਸ਼ੀ ਹੈ ਅੱਜ ਇਸ ਚੈਨਲ ਦੇ ਰਾਹੀਂ ਮੈਂ ਆਪ ਜੀ ਸਾਰਿਆਂ ਦੇ ਨਾਲ ਰੂਬਰੂ ਹੋ ਰਹੀ ਹਾਂ। ਠੀਕ ਹੈ ਮੈਡਮ, ਧੰਨਵਾਦ ਜੀ। ਇੱਕ ਮੈਡਮ ਜੀ ਮੇਰਾ ਪਹਿਲਾ ਹੀ ਸਵਾਲ ਹੈਗਾ, ਜੋ ਤੁਹਾਡੇ ਵਿਰੋਧੀ ਮੈਨੂੰ ਸਿਆਸੀ ਪਾਰਟੀ ਦੇ ਕੁਝ ਹੈਗੇ ਆ, ਉਹਨਾਂ ਨੇ ਮੈਨੂੰ ਕਿਹਾ ਵੀ ਜੋ ਬੂਟਾ ਸਿੰਘ ਗ੍ਰਹਿ ਮੰਤਰੀ ਸੀਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਲੜਕੀ ਨਹੀਂ ਸੀ, ਜੋ ਗੁਰਕੀਰਤ ਹੈਗੀ ਆ ਉਹਨਾਂ ਦੀ ਬੇਟੀ ਨਹੀਂ ਹੈਗੀ, ਉਹ ਕਲੀਅਰ ਕਰ ਦਿਓ ਜੀ। ਇਹ ਪਰਿਵਾਰ ਦੇ ਬਾਰੇ ਆਪ ਜੀ ਨੇ ਪ੍ਰਸ਼ਨ ਪੁੱਛ ਕੇ ਸਾਨੂੰ ਥੋੜ੍ਹਾ ਜਿਹਾ ਆਪਣੀ ਪਰਸਨਲ ਲਾਈਫ ਬਾਰੇ ਦੱਸਣ ਦਾ ਮੌਕਾ ਦਿੱਤਾ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਕਿਉਂਕਿ ਦੇਖੋ ਕੋਈ ਵੀ ਪੋਲੀਟੀਕਲ ਲੀਡਰ ਹੁੰਦਾ ਨਾ ਜੀ, ਉਹਦੀ ਲਾਈਫ ਜਿਹੜੀ ਹੁੰਦੀ ਹੈ ਉਹ ਉਹਦੀ ਪਰਸਨਲ ਨਹੀਂ ਰਹਿ ਜਾਂਦੀ, ਉਹ ਡੈਡੀਕੇਟਿਡ ਟੂ ਦ ਨੇਸ਼ਨ ਹੋ ਜਾਂਦੀ ਹੈ। ਉਹਦਾ ਜਿਹੜਾ ਵੀ ਆਪਣਾ ਜੀਵਨ ਹੈ ਉਹ ਸਮਾਜਿਕ ਜੀਵਨ ਹੋ ਜਾਂਦਾ ਹੈ, ਉਹਦਾ ਪਰਿਵਾਰਿਕ ਜੀਵਨ ਨਹੀਂ ਹੁੰਦਾ। ਜਿੱਥੋਂ ਤੱਕ ਗੱਲ ਰਹੀ ਜੀ ਮੇਰੇ ਜਨਮ ਦੀ ਔਰ ਮੇਰੇ ਪਿਤਾ ਜੀ ਸਵਰਗੀ ਸਰਦਾਰ ਬੂਟਾ ਸਿੰਘ ਜੀ ਦੀ ਧੀ ਹੋਣ ਦਾ ਜਿਹੜਾ ਮੇਰਾ ਇੱਕ ਮਾਣ ਹੈ, ਇਹਦੇ ਬਾਰੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ 1965 ਵਿੱਚ ਮੇਰੇ ਪਿਤਾ ਜੀ ਦਾ ਵਿਆਹ ਹੋਇਆ ਸੀਗਾ। 1964 ਵਿੱਚ 1965 ਵਿੱਚ ਮੇਰੇ ਵੱਡੇ ਬ੍ਰਦਰ ਸਰਦਾਰ ਅਰਵਿੰਦਰ ਸਿੰਘ ਲਵਲੀ ਜੀ ਦਾ ਜਨਮ ਹੋਇਆ। 1964 ਵਿੱਚ ਮੇਰੇ ਫਾਦਰ ਸਾਹਿਬ ਦਾ ਜਦੋਂ ਵਿਆਹ ਹੋਇਆ, ਇਸ ਤੋਂ 1 ਸਾਲ ਬਾਅਦ ਮੇਰੇ ਵੱਡੇ ਬ੍ਰਦਰ ਦਾ ਜਨਮ ਹੋਇਆ। 1969 ਵਿੱਚ ਮੇਰੇ ਉਸ ਤੋਂ ਛੋਟੇ ਬ੍ਰਦਰ ਸਰਦਾਰ ਸਰਬਜੋਤ ਸਿੰਘ ਸਵੀਟੀ ਜੀ ਦਾ ਜਨਮ ਹੋਇਆ ਅਤੇ 1975 10 ਅਕਤੂਬਰ ਨੂੰ ਮੇਰਾ ਜਨਮ ਹੋਇਆ। ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਇੱਕ ਕਾਂਗਰਸ MP ਸੀਗੇ ਔਰ ਕਾਫੀ ਟਾਈਮ ਤੋਂ ਉਹ ਆਪਣੀ ਪਾਰਟੀ ਵਾਸਤੇ, ਆਪਣੇ ਦੇਸ਼ ਵਾਸਤੇ ਜਿਹੜੀ ਸੇਵਾ ਕਰ ਰਹੇ ਸੀਗੇ, ਪਰ ਉਹਨਾਂ ਨੂੰ ਕੋਈ ਵੀ ਪੋਲੀਟੀਕਲ ਪੋਸਟ ਮਿਨਿਸਟਰੀ ਦੀ ਨਹੀਂ ਸੀ ਮਿਲੀ। ਕਿਹਾ ਜਾਂਦਾ ਹੈ ਕਿ ਮੇਰੇ ਪਿਤਾ ਜੀ ਨੇ ਉਸ ਵੇਲੇ ਬਹੁਤ ਹੀ ਕਠਿਨ ਤਪੱਸਿਆ ਕਰਕੇ ਔਰ ਬਹੁਤ ਸਾਰੇ ਸਾਧੂ ਮਹਾਤਮਾਵਾਂ ਕੋਲੋਂ ਜਾ ਕੇ ਇੱਕ ਵਰਦਾਨ ਮੰਗਿਆ ਸੀਗਾ ਕਿ ਮੈਨੂੰ ਹੁਣ ਇੱਕ ਬੇਟੀ ਦੀ ਰੀਝ ਹੈਗੀ ਹੈ, ਔਰ ਇਹਦੇ ਵਾਸਤੇ ਉਹਨਾਂ ਨੇ ਉਸ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਹੁਤ ਹੀ ਕਠਿਨ ਸਵੇਰੇ ਜਾ ਕੇ ਨੰਗੇ ਪੈਰੀ ਇਸ਼ਨਾਨ ਕਰਕੇ ਅਰਦਾਸ ਕਰਕੇ ਪ੍ਰਸ਼ਾਦ ਲੈ ਕੇ ਆਉਣਾ ਉੱਥੋਂ, ਔਰ ਤਦ ਮੇਰੇ ਵਾਸਤੇ ਅਰਦਾਸਾਂ ਕਰਕੇ ਉਹਨਾਂ ਨੇ ਜਦੋਂ ਮੇਰਾ ਜਨਮ ਹੋਇਆ ਉਹਨਾਂ ਵਾਸਤੇ ਇੰਨੀ ਹੀ ਉਹ ਖੁਸ਼ੀ ਦੀ ਇੱਕ ਘੜੀ ਸੀਗੀ, ਕਿਉਂਕਿ ਜਦੋਂ ਮੇਰਾ ਜਨਮ ਹੋਇਆ ਉਦੋਂ ਹੀ ਉਹ ਡਿਪਟੀ ਮਿਨਿਸਟਰ ਬਣੇ ਸੀਗੇ ਰੇਲਵੇਜ਼ ਦੇ, ਔਰ ਮੇਰਾ ਜਨਮ 9 ਕ੍ਰਿਸ਼ਨਾ ਮੈਨਨ ਮਾਰਗ ਜਿਹੜੀ ਕਿ ਲਿਊਟਨਸ ਦਿੱਲੀ ਦੀ ਕੋਠੀ ਹੈਗੀ ਹੈ ਉੱਥੇ ਹੋਇਆ ਹੈਗਾ ਹੈ। ਔਰ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਬਲਿਕ ਡੋਮੇਨ ਵਿੱਚ ਹੁੰਦੀਆਂ ਨੇ। ਮੇਰਾ ਬਰਥ ਸਰਟੀਫਿਕੇਟ ਲੈ ਲਓ ਜਾਂ ਮੇਰਾ ਜਿਹੜਾ ਵੀ ਤੁਸੀਂ ਸਾਡੇ ਪਰਿਵਾਰ ਨੂੰ ਜਾਣਦਾ ਹੈ ਜਾਂ ਸਾਡੇ, ਕਿਉਂਕਿ ਇਹਨਾਂ ਚੀਜ਼ਾਂ ਦੇ ਕੋਈ ਸਬੂਤ ਤਾਂ ਇਸ ਤਰੀਕੇ ਨਾਲ ਲੈ ਕੇ ਨਹੀਂ ਨਾਲ ਤੁਰਦਾ, ਬਟ ਹਾਂ ਜੇ ਆਪ ਜੀ ਮੇਰਾ ਬਰਥ ਸਰਟੀਫਿਕੇਟ ਦੇਖਣਾ ਚਾਹੋ ਜਾਂ ਜੇ ਆਪ ਜੀ ਮੇਰਾ ਕੋਈ ਵੀ ਸਰਟੀਫਿਕੇਟ ਦੇਖਣਾ ਚਾਹੋ, ਉਹਦੇ 'ਤੇ ਆਪ ਜੀ ਨੂੰ ਤਾਂ ਮੇਰੇ ਪਿਤਾ ਜੀ ਦਾ ਨਾਮ ਮਿਲੇਗਾ ਹੀ। ਅਤੇ ਇਹਦਾ ਇਤਿਹਾਸ ਮੈਂ ਆਪ ਜੀ ਨੂੰ ਦੱਸਦਾ ਕਿ ਬੇਟੇ ਨਾ ਹੋਣ ਦਾ ਕਾਰਨ ਜਿਹੜਾ ਤੁਸੀਂ ਇੱਕ ਕਹਿ ਰਹੇ ਹੋ ਸਕਦਾ ਇਸ ਕਰਕੇ ਬੇਟੀ ਨਾ ਹੋਣ ਦਾ ਉਹ ਕਾਰਨ ਕਹਿੰਦੇ ਹੋਣ, ਕਿਉਂਕਿ ਮੇਰੇ ਪਿਤਾ ਜੀ ਨੇ ਮੇਰੀ ਪਰਵਰਿਸ਼ ਇੱਕ ਬੇਟੇ ਵਾਂਗੂ ਕੀਤੀ ਹੈ। ਮੈਂ ਉਹਨਾਂ ਦੀ ਇੱਕ ਤੀਜਾ ਬੇਟਾ ਹੀ ਬਣ ਕੇ ਉਹਨਾਂ ਦੀ ਹਮੇਸ਼ਾ ਸੇਵਾ ਕੀਤੀ ਹੈ। ਉਹਨਾਂ ਨੇ ਕਦੀ ਵੀ ਭੈਣਾਂ ਭਰਾਵਾਂ ਵਿੱਚ ਕੋਈ ਫਰਕ ਨਹੀਂ ਰੱਖਿਆ, ਉਹਨਾਂ ਨੇ ਕਦੀ ਵੀ ਆਪਣੀ ਔਲਾਦਾਂ ਵਿੱਚ ਕੋਈ ਫਰਕ ਨਹੀਂ ਰੱਖਿਆ। ਸਭ ਸੰਤਾਨਾਂ ਨੂੰ ਉਹਨਾਂ ਨੇ ਇਕੁਅਲ ਪਿਆਰ ਦਿੱਤਾ। ਓਬਵੀਅਸਲੀ ਜਿਹੜੇ ਸਾਡੇ ਤੋਂ ਵੱਡੇ ਨੇ ਉਹ ਉਹਨਾਂ ਦਾ ਸਾਡਾ ਔਰ ਉਮਰ ਦਾ ਥੋੜ੍ਹਾ ਫਰਕ ਹੈਗਾ, ਇਸ ਕਰਕੇ ਉਹਨਾਂ ਦਾ ਵੀ ਮੈਨੂੰ ਪਿਆਰ ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਇੱਕ ਪਿਤਾ ਸਮਾਨ ਵੀ ਹੈਗੇ ਮੇਰੇ ਨੇ, ਇਸ ਕਰਕੇ ਉਹਨਾਂ ਦਾ ਵੀ ਮੈਨੂੰ ਪਿਆਰ ਪਿਤਾ ਜੀ ਵਰਗਾ ਮਿਲਿਆ, ਔਰ ਮੇਰੇ ਪਿਤਾ ਜੀ ਨੇ ਤਾਂ ਮੈਨੂੰ ਬਿਲਕੁਲ ਹੀ ਬੇਟਿਆਂ ਵਾਂਗੂ ਪਾਲਿਆ। ਇਸ ਕਰਕੇ ਸ਼ਾਇਦ ਦੁਨੀਆ ਦੀਆਂ ਅੱਖਾਂ ਵਿੱਚ ਮੈਂ ਬੇਟੀ ਨਾ ਹੋ ਕੇ ਇੱਕ ਬੇਟਾ ਹੀ ਹਾਂ। ਠੀਕ ਹੈ ਮੈਡਮ ਜੀ। ਦੂਜਾ ਮੇਰਾ ਸਵਾਲ ਸੀਗਾ ਵੀ ਤੁਸੀਂ ਦਿੱਲੀ ਰਹੇ ਹੋ ਜ਼ਿਆਦਾ ਨਾ, ਲਾ ਕੀਤਾ ਤੁਸੀਂ, ਅਤੇ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਐਡਵੋਕੇਟ ਹੋ, ਮਤਲਬ ਰਾਜਨੀਤੀ ਵਿੱਚ ਲੇਟ ਆਏ ਹੋ ਜਾਂ ਮਤਲਬ ਜਗਰਾਉਂ ਤੋਂ ਤੁਸੀਂ ਕੈਂਡੀਡੇਟ, ਤੁਸੀਂ ਆ ਦਾਅਵਾ ਕਰ ਰਹੇ ਹੋ ਵੀ ਮੈਂ ਕੈਂਡੀਡੇਟ ਹੈਗੇ ਹਾਂ, ਕਰੋ ਤਾਂ ਕਲੀਅਰ ਹੋ ਜਾਊਗਾ ਜੀ। ਮੇਰਾ ਜਿਹੜਾ ਜਨਮ ਹੈ ਨਾ ਜੀ, ਉਹ ਮੈਂ ਆਪ ਜੀ ਨੂੰ ਹੁਣੇ ਦੱਸਿਆ ਕਿ ਉਹ ਇੱਕ ਰਾਜਨੀਤਿਕ ਪਰਿਵਾਰ ਵਿੱਚ ਹੋਇਆ।
ਜਦੋਂ ਕਿਸੇ ਬੱਚੇ ਦਾ ਜਨਮ ਇੱਕ ਐਸੇ ਮਾਹੌਲ ਵਿੱਚ ਹੁੰਦਾ ਜਿਹਨੂੰ ਆਸ-ਪਾਸ ਆਪਣੇ ਉਹੀਓ ਚੀਜ਼ਾਂ ਦੇਖਣ ਨੂੰ ਮਿਲਣ ਤੇ ਉਹਦੇ ਵਾਸਤੇ ਉਹਨੂੰ ਡਿਗਰੀ ਨਹੀਂ ਲੈਣੀ ਪੈਂਦੀ। ਹੁਣ ਕੋਈ ਜੇ ਸੁਨਿਆਰੇ ਦਾ ਬੱਚਾ ਹੈਗਾ ਤੇ ਉਹਨੂੰ ਕੋਈ ਜਾ ਕੇ ਕਿਵੇਂ ਜ਼ੇਵਰ ਘੜਨੇ ਇਹ ਸਿੱਖਣੇ ਨਹੀਂ ਪੈਂਦੇ। ਜੇ ਕਿਸੇ ਹੋਰ ਆਪਾਂ ਕੰਮਕਾਜ ਦੇ ਬੰਦੇ ਦਾ ਸੋਚੀਏ ਕਿ ਜੇ ਕੋਈ ਸ਼ੌਪਕੀਪਰ ਹੈਗਾ ਜਾਂ ਕੋਈ ਹੋਰ ਆਪਣੇ ਪ੍ਰੋਫੈਸ਼ਨ 'ਚ ਹੁੰਦੇ ਨੇ, ਜਿਵੇਂ ਅਸੀਂ ਵਕੀਲ ਵੀ ਹੁੰਦੇ ਆ, ਸੈਕੰਡ ਜਨਰੇਸ਼ਨ ਥਰਡ ਜਨਰੇਸ਼ਨ ਵਕੀਲ ਹੁੰਦੇ, ਉਹਨਾਂ ਨੂੰ ਬੇਅਰ ਐਕਟਸ ਦੇ ਬਾਰੇ ਪਹਿਲਾਂ ਤੋਂ ਹੀ ਨੌਲੇਜ ਹੁੰਦੀ ਹੈ ਕਿਉਂਕਿ ਉਹਨਾਂ ਦੇ ਘਰ ਦਾ ਮਾਹੌਲ ਐਸਾ ਹੁੰਦਾ। ਸਾਡਾ ਪਰਿਵਾਰ ਇੱਕ ਰਾਜਨੀਤਿਕ ਪਰਿਵਾਰ ਹੈਗਾ। ਮੇਰੇ ਪਿਤਾ ਜੀ ਇੰਨੀ ਉੱਚੀ ਪਦਵੀ 'ਤੇ ਰਹੇ ਹੈਗੇ ਨੇ ਕਿ ਸਾਨੂੰ ਬਹੁਤ ਨੇੜਿਓਂ ਤੋਂ ਸਾਰੀਆਂ ਮਿਨਿਸਟਰੀਆਂ ਦਾ ਚੱਲਣ, ਸਾਰੇ ਪਾਰਟੀ ਦਾ ਕੰਮਕਾਜ ਅਸੀਂ ਆਪ ਆਪਣੇ ਹੱਥੀਂ ਕੀਤਾ ਹੋਇਆ, ਦੇਖਿਆ ਹੋਇਆ, ਸਮਝਿਆ ਹੋਇਆ। ਜਿੱਥੋਂ ਤੱਕ ਗੱਲ ਹੈਗੀ ਹੈ ਮੇਰੇ ਵਕਾਲਤ ਕਰਨ ਦੀ, ਤੇ ਉਸ ਤੋਂ ਪਹਿਲਾਂ ਆਪ ਜੀ ਦੇਖ ਸਕਦੇ ਹੋ ਮੇਰੀ ਪੋਲੀਟੀਕਲ ਸਾਇੰਸ ਆਨਰਸ ਦੀ ਵੀ ਡਿਗਰੀ ਹੈਗੀ ਹੈ। ਉਸ ਤੋਂ ਬਾਅਦ ਮੈਂ ਵਕਾਲਤ ਕੀਤੀ ਹੈਗੀ ਹੈ ਔਰ 2018 ਵਿੱਚ ਫਾਰਮਲੀ ਪਿਤਾ ਜੀ ਨੇ ਮੈਨੂੰ ਕਾਂਗਰਸ ਪਾਰਟੀ ਜੁਆਇਨ ਕਰਾਈ ਸੀਗੀ। 2019 ਦੀਆਂ 20 ਇਲੈਕਸ਼ਨਾਂ ਵਿੱਚ ਜਿਹੜੀਆਂ MP ਦੀਆਂ ਇਲੈਕਸ਼ਨਾਂ ਸੀਗੀਆਂ, ਮੈਂ ਉਹਦੇ ਵਾਸਤੇ ਵੀ ਪੰਜਾਬ ਆਈ ਸੀਗੀ। ਕੁਝ ਹਾਲਾਤ ਐਸੇ ਹੋ ਗਏ ਸੀ ਕਿ ਉਸ ਵੇਲੇ ਪਿਤਾ ਜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਸਾਨੂੰ ਉਸ ਵੇਲੇ ਆਪਣਾ ਇਲੈਕਸ਼ਨ ਲੜਨ ਦਾ ਜਿਹੜਾ ਇੱਕ ਸਾਡਾ ਆਈਡੀਆ ਸੀਗਾ, ਸਾਡੀ ਇੱਛਾ ਸੀਗੀ, ਉਹਨੂੰ ਅਸੀਂ ਪਿੱਛੇ ਰੱਖ ਕੇ ਪਹਿਲਾਂ ਪਿਤਾ ਜੀ ਦੀ ਸੇਵਾ ਵਿੱਚ ਅਸੀਂ ਵਾਪਸ ਚਲੇ ਗਏ ਸੀਗੇ। ਨਹੀਂ ਤਾਂ ਮੇਰੀ ਜਿਹੜੀ ਐਂਟਰੀ ਆਪ ਜੀ ਪੰਜਾਬ ਵਿੱਚ ਦੇਖਦੇ ਸ਼ਾਇਦ 2019 ਦੀਆਂ ਇਲੈਕਸ਼ਨਾਂ 'ਚ ਹੀ ਦੇਖ ਲੈਂਦੇ। ਤੇ ਜਗਰਾਓਂ ਹਲਕਾ ਸਾਡਾ ਇਸ ਕਰਕੇ ਸਾਨੂੰ ਬਹੁਤ ਹੀ ਨਜ਼ਦੀਕ ਔਰ ਪਿਆਰਾ ਹੈਗਾ ਕਿਉਂਕਿ ਪਿਤਾ ਜੀ ਨੇ ਸਾਰੀ ਜ਼ਿੰਦਗੀ ਨਾਨਕਸਰ ਗੁਰਦੁਆਰੇ ਦੀ ਸੇਵਾ ਕੀਤੀ ਹੈ। 1962 ਵਿੱਚ ਜਦੋਂ ਉਹ ਇਲੈਕਸ਼ਨ ਪਹਿਲੀ ਵਾਰੀ ਜਿੱਤੇ ਸੀਗੇ, ਉਹ ਉਸ ਵੇਲੇ ਵੀ ਨਾਨਕਸਰ ਆਸ਼ਰਮ ਤੋਂ, ਗੁਰਦੁਆਰੇ ਤੋਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਨੇ ਤਦ ਹੀ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ ਸੀਗਾ। ਸਾਡਾ ਪਰਿਵਾਰ ਜਿਹੜਾ ਮਾਤਾ ਜੀ ਦੀ ਤਰਫ ਦਾ ਹੈਗਾ ਉਹ ਲੁਧਿਆਣੇ ਦੇ ਹੈਗੇ ਨੇ ਤੇ ਇਸ ਕਰਕੇ ਲੁਧਿਆਣੇ ਜਦੋਂ ਅਸੀਂ ਆ ਕੇ ਆਪਣੇ ਪਰਿਵਾਰ ਵਿੱਚ ਬੈਠੇ, ਗੱਲਬਾਤ ਕੀਤੀ, ਚਰਚਾ ਕੀਤੀ ਕਿ ਸਾਨੂੰ ਕਿਹੜਾ ਏਰੀਆ ਦੇਖਣਾ ਚਾਹੀਦਾ ਕਿਉਂਕਿ ਪਿਤਾ ਜੀ ਦਾ ਪਰਿਵਾਰ ਜਿਹੜਾ ਹੈਗਾ ਔਰ ਜਿਹੜੀ ਪਿਤਾ ਜੀ ਦਾ ਸਾਡਾ ਪਿੰਡ ਹੈਗਾ ਮੁਸਤਫਾਪੁਰ, ਉਹ ਜਲੰਧਰ 'ਚ ਪੈਂਦਾ ਹੈਗਾ ਤੇ ਅਸੀਂ ਦੋਨੋਂ ਤਰਫ ਦੇ ਪਰਿਵਾਰਾਂ ਨਾਲ ਬੈਠ ਕੇ ਗੱਲਬਾਤ ਵਿਚਾਰ ਕੀਤਾ ਤੇ ਉਸ ਵੇਲੇ ਅਸੀਂ ਫਿਰ ਇਹ ਸੋਚਿਆ ਸੀਗਾ ਵੀ ਜਗਰਾਓਂ ਹਲਕਾ ਇੱਕ ਐਸਾ ਹਲਕਾ ਹੈ ਜਿਹੜਾ ਪਾਰਟੀ ਨੇ ਪਿਛਲੀਆਂ 2 ਇਲੈਕਸ਼ਨਾਂ ਤੋਂ ਹਾਰਿਆ ਹੋਇਆ। ਮੇਰਾ ਜਗਰਾਓਂ ਹਲਕਾ ਦਾ ਇੱਕ ਚੁਣਾਵ ਇਸ ਕਰਕੇ ਵੀ ਹੈ ਕਿਉਂਕਿ ਜਦੋਂ ਪਾਰਟੀ ਦੇ ਅੰਦਰ ਮੈਨੂੰ ਪੁੱਛਿਆ ਗਿਆ ਕਿ ਜੀ ਆਪ ਜੀ ਪੰਜਾਬ ਜਾ ਕੇ ਆਪਣੇ ਪਿਤਾ ਜੀ ਦੀ ਜਿਹੜੀ ਇੱਕ ਲੈਗੇਸੀ ਹੈ ਉਹਨੂੰ ਅੱਗੇ ਲੈ ਕੇ ਜਾਓਗੇ, ਮੈਨੂੰ ਇਹ ਮੇਰੀ ਪਾਰਟੀ ਹਾਈ ਕਮਾਂਡ ਦਾ ਆਦੇਸ਼ ਸੀਗਾ ਕਿ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਜਦੋਂ ਉਹਨਾਂ ਨੇ ਪਿਆਰ ਦੇਖਿਆ ਇਹਨਾਂ ਲੋਕਾਂ ਦੇ ਵਿੱਚ ਔਰ ਸਾਡੇ ਪਰਿਵਾਰ ਦੇ ਵਾਸਤੇ ਉਹਨਾਂ ਨੇ ਇੱਕ ਇੰਨਾ ਚਾਹਤ ਦੇਖੀ ਕਿ ਪੰਜਾਬ ਦੇ ਲੋਕ ਸਾਨੂੰ ਹਾਲੇ ਵੀ ਇੰਨੇ ਪਿਆਰ ਦੇ ਨਾਲ ਆ ਰਹੇ ਨੇ, ਮਿਲ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਜੀ ਆਪਣਾ ਪਿਤਾ ਜੀ ਦਾ ਨਾਮ ਆਪ ਜੀ ਨੂੰ ਹਾਲੇ ਵੀ ਉੱਥੇ ਉੱਚਾ ਰੱਖਣਾ ਚਾਹੀਦਾ। ਸਾਡੀ ਵੀ ਆਪਣੀ ਇੱਛਾ ਸੀਗੀ ਤੇ ਇਸ ਕਰਕੇ ਜਦੋਂ ਅਸੀਂ ਜਗਰਾਓਂ ਦਾ ਫੈਸਲਾ ਕੀਤਾ ਉਹਦੇ ਵਿੱਚ ਬਹੁਤ ਸਾਰੇ ਫੈਕਟਰਸ ਵਿੱਚ ਇੱਕ ਬਹੁਤ ਵੱਡਾ ਫੈਕਟਰ ਨਾਨਕਸਰ ਆਸ਼ਰਮ ਦਾ ਵੀ ਹੈਗਾ, ਸਾਡੇ ਪਰਿਵਾਰ ਦੀ ਨੇੜਤਾ ਵੀ ਹੈਗੀ ਹੈ ਔਰ ਸਾਡੀ ਇੱਕ ਇੱਛਾ ਇਹ ਸੀਗੀ ਕਿ ਜਿਸ ਸੀਟ ਨੂੰ ਪਾਰਟੀ 2 ਵਾਰੀ ਹਾਰ ਚੁੱਕੀ ਹੋਵੇ ਅਸੀਂ ਉਹ ਸੀਟ ਨੂੰ ਪਾਰਟੀ ਨੂੰ ਜਿਤਾ ਕੇ ਦਿਖਾਈਏ। ਤੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਆਉਣ ਵਾਲੀਆਂ ਹੁਣ 2022 ਦੀਆਂ ਚੋਣਾਂ ਵਿੱਚ ਤੁਹਾਡਾ ਜਿਹੜਾ ਕੈਂਡੀਡੇਟ ਦਾ ਕਦੋਂ ਐਲਾਨ ਹੋ ਜੂ? ਦੇਖੋ ਆਪ ਜੀ ਦੇ ਸਾਹਮਣੇ ਸਾਡੀ ਪਾਰਟੀ ਜਿਹੜੀ ਹੈ ਨਾ ਉਹ ਕੋਈ 2-4-5 ਸਾਲ ਪੁਰਾਣੀ ਪਾਰਟੀ ਨਹੀਂ ਹੈਗੀ। ਮੈਂ ਬਾਕੀ ਪਾਰਟੀਆਂ ਦੇ ਉੱਤੇ ਟਿੱਪਣੀ ਨਹੀਂ ਕਰਨਾ ਚਾਹਾਂਗੀ ਕਿਉਂਕਿ ਸਾਰੀਆਂ ਪਾਰਟੀਆਂ ਦਾ ਆਪਣਾ ਆਪਣਾ ਕੰਮ ਕਰਨ ਦਾ ਕਲਚਰ ਹੈਗਾ। ਸਾਨੂੰ ਕਿਸੇ ਦੀ ਵੀ ਪਾਰਟੀ ਦੇ ਅੰਦਰ ਉਹਨਾਂ ਦੀ ਕੀ ਸੋਚ ਹੈ, ਕੀ ਕਲਚਰ ਹੈ, ਅਸੀਂ ਉਹਨਾਂ ਨੂੰ ਜਾਣਨ ਵਿੱਚ ਇੰਟਰਸਟਿਡ ਵੀ ਨਹੀਂ ਹੈਗੇ। ਸਾਡੀ ਪਾਰਟੀ 100 ਸਾਲ ਤੋਂ ਵੀ ਪੁਰਾਣੀ ਪਾਰਟੀ ਹੈਗੀ ਹੈ ਔਰ ਸਾਡੀ ਪਾਰਟੀ ਦੇ ਅੰਦਰ ਜਿਹੜੇ ਡਿਸੀਜਨਸ ਨੇ ਉਹ ਹਾਈ ਕਮਾਂਡ ਲੈਂਦੀ ਹੈ। ਅਸੀਂ ਪਾਰਟੀ ਦੇ ਇੱਕ ਫੁੱਟ ਸੋਲਜਰ ਵਾਂਗੂ, ਅਸੀਂ ਪਾਰਟੀ ਦੇ ਇੱਕ ਛੋਟੇ ਜਿਹੇ ਅਦਨਾ ਵਰਕਰ ਵਾਂਗੂ ਆਪਣੀ ਪਾਰਟੀ ਦਾ ਜੋ ਵੀ ਹੁਕਮ ਹੁੰਦਾ ਉਹਨੂੰ ਮੰਨਦੇ ਹੈਗੇ ਆ। ਜਦੋਂ ਪਾਰਟੀ ਦੇ ਡਿਸੀਜਨਸ ਹੋਣਗੇ, ਜਦੋਂ ਪਾਰਟੀ ਦੇ ਵਾਸਤੇ ਇਹ ਡਿਸੀਜਨ ਲੈਣ ਦਾ ਸਮੇਂ ਆਏਗਾ ਉਦੋਂ ਇਹ ਗੱਲ ਸਾਰਿਆਂ ਦੇ ਸਾਹਮਣੇ, ਮੇਰੀ ਕੋਈ ਟਿਕਟ ਅਲੱਗ ਤੋਂ ਤਾਂ ਅਨਾਉਂਸ ਹੋਣੀ ਨਹੀਂ, ਜਦੋਂ ਸਾਰੀਆਂ ਟਿਕਟਾਂ ਅਨਾਉਂਸ ਹੋਣਗੀਆਂ ਉਦੋਂ ਹੀ ਸਾਡੀ ਵੀ ਦਾਅਵੇਦਾਰੀ ਜਿਹੜੀ ਹੈਗੀ ਹੈ ਉਹ ਟਿਕਟ ਦੇ ਰੂਪ ਦੇ ਸਾਹਮਣੇ ਆਪ ਜੀ ਦੇ ਆਈ ਜਾਏਗੀ। ਐਸੀ ਸੀਟ ਹੈਗੀ ਇੱਥੇ ਮੈਡਮ, ਹੋਰ ਤਾਂ ਕੋਈ ਦਾਖਾ ਸਾਹਿਬ ਤੋਂ ਇਲਾਵਾ ਕੋਈ ਚਿਹਰਾ ਨਹੀਂ ਹੈ। ਇਸ ਤੋਂ ਇਲਾਵਾ ਫਿਰ ਤੁਸੀਂ ਦਾਖਾ ਸਾਹਿਬ ਨੂੰ ਹੀ ਤੁਹਾਡੀ ਟਿਕਟ ਜਾਊ ਕਿ ਤੁਹਾਨੂੰ ਮਤਲਬ ਹਾਈ ਕਮਾਂਡ ਟਿਕਟ ਦਊ? ਇਹ ਹਾਈ ਕਮਾਂਡ ਦਾ ਡਿਸੀਜਨ ਹੈਗਾ ਜੀ। ਅਸੀਂ ਆਪਣੇ ਸਤਰ 'ਤੇ ਕੰਮ ਕਰ ਰਹੇ ਹੈਗੇ ਹਾਂ, ਅਸੀਂ ਆਪਣੇ ਸਤਰ 'ਤੇ ਪਾਰਟੀ ਵਰਕਰਸ ਨੂੰ ਮਿਲ ਰਹੇ ਹਾਂ, ਇੱਥੋਂ ਦੀ ਜਨਰਲ ਪਬਲਿਕ ਨੂੰ ਮਿਲ ਰਹੇ ਹੈਗੇ ਹਾਂ, ਇੱਥੋਂ ਦੇ ਜਿਹੜੇ ਇਸ਼ੂਜ਼ ਨੇ ਅਸੀਂ ਉਹਨਾਂ ਦੀ ਤਿਆਰੀ ਆਪਣੇ ਤਰੀਕੇ ਨਾਲ ਕਰ ਰਹੇ ਹੈਗੇ ਹਾਂ। ਕਾਫੀ ਸਾਰੇ ਇਸ਼ੂਜ਼ ਮੇਰੇ ਜਿਹੜੇ ਧਿਆਨ ਵਿੱਚ ਆਏ ਸੀਗੇ, ਜਿਹੜੇ ਕਿ ਹੁਣੇ ਵੀ ਮੈਂ 15 ਅਗਸਤ ਨੂੰ ਲਾਲਾ ਲਾਜਪਤ ਰਾਏ ਜੀ ਦੀ
ਜਿਹੜੀ ਇੱਥੇ ਪੁਸ਼ਤੈਨੀ ਹਵੇਲੀ ਹੈਗੀ ਹੈ ਉਹਦੇ ਅੰਦਰ ਅਸੀਂ ਇੱਕ ਸਨਮਾਨ ਦਿਵਸ ਮਨਾ ਰਹੇ ਹਾਂ। ਇਹ ਸਾਡੀ ਸਾਰੀ ਪ੍ਰੇਰਣਾ ਜਿਹੜੀ ਹੈ, ਸਾਡਾ ਇੱਕ ਸੰਸਥਾ ਹੈਗੀ ਹੈ ਭਾਰਤ ਏਕਤਾ ਅੰਦੋਲਨ, ਜਿਹੜੀ ਕਿ ਇੱਕ ਨਾਨ ਪੋਲੀਟੀਕਲ ਬਟ ਐਟ ਦ ਸੇਮ ਟਾਈਮ ਸਾਰੀ ਇੰਡੀਆ ਨੂੰ ਯੂਨਾਈਟ ਕਰਨ ਦੇ ਵਾਸਤੇ ਆਰਗੇਨਾਈਜੇਸ਼ਨ ਹੈ। ਇਹ ਆਰਗੇਨਾਈਜੇਸ਼ਨ ਸਵਰਗੀ ਰਾਜੀਵ ਗਾਂਧੀ ਜੀ ਦੀ ਔਰ ਮੇਰੇ ਪਿਤਾ ਜੀ ਦੀ ਸਵਰਗੀ ਸਰਦਾਰ ਬੂਟਾ ਸਿੰਘ ਜੀ ਦੇ ਹੱਥੋਂ ਬਣੀ ਹੋਈ ਆਰਗੇਨਾਈਜੇਸ਼ਨ ਹੈ। ਇਹਦੇ ਰਾਹੀਂ ਹੀ ਅਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹੜਾ 15 ਅਗਸਤ ਦਾ ਹੈਗਾ। ਇਹਦੇ ਵਿੱਚ ਅਸੀਂ ਆਪਣੇ ਫਰੀडम ਫਾਈਟਰਸ ਨੂੰ ਸਨਮਾਨਿਤ ਕਰ ਰਹੇ ਹਾਂ, ਜਿਹੜੇ ਵੈਟਰਨ ਕਾਂਗਰਸ ਲੀਡਰਸ ਨੇ, ਕਿਉਂਕਿ ਕਾਂਗਰਸ ਨੇ ਹੀ ਫਰੀडम ਸਟਰਗਲ ਵਿੱਚ ਤੁਹਾਨੂੰ ਪਤਾ ਆਜ਼ਾਦੀ ਦੀ ਲੜਾਈ ਲੜੀ ਹੈ। ਆਪ ਜੀ ਸਭ ਜਾਣਦੇ ਹੋ ਕਿ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈਗਾ ਕਾਂਗਰਸ ਪਾਰਟੀ ਦਾ ਹੈਗਾ ਆਪਣੀ ਆਜ਼ਾਦੀ ਦੀ ਲੜਾਈ ਵਾਸਤੇ, ਤੇ ਅਸੀਂ ਇਹਨਾਂ ਸਾਰਿਆਂ ਨੂੰ ਸਨਮਾਨਿਤ ਕਰ ਰਹੇ ਹਾਂ। ਜਦੋਂ ਅਸੀਂ ਇਸ ਬੀੜੇ ਨੂੰ ਚੱਕਿਆ, ਜਦੋਂ ਅਸੀਂ ਇੱਥੇ ਆ ਕੇ ਇਸ ਚੀਜ਼ ਨੂੰ ਦੇਖਿਆ ਕਿ ਲਾਲਾ ਲਾਜਪਤ ਰਾਏ ਜੀ ਦੀ ਹਵੇਲੀ ਇੱਥੇ ਇੱਕ ਬਹੁਤ ਹੀ ਪੁਰਾਣੇ ਸ਼ਹਿਰ ਦੇ ਅੰਦਰ ਹੈਗੀ ਹੈ ਔਰ ਉਹਦੇ ਅੰਦਰ ਕੁਝ ਜ਼ਿਆਦਾ ਰੱਖ ਰਖਾਵ ਨਹੀਂ ਸੀ। ਹਾਲਾਂਕਿ ਮਿਊਜ਼ੀਅਮ ਔਰ ਲਾਇਬ੍ਰੇਰੀ ਬਣੇ ਹੋਏ ਨੇ, ਪਰ ਲੋਕਾਂ ਦਾ ਇੰਟਰਸਟ, ਲੋਕਾਂ ਦੀ ਜਾਣਕਾਰੀ ਉਹਦੇ ਬਾਰੇ ਇੰਨੀ ਜ਼ਿਆਦਾ ਨਹੀਂ ਸੀਗੀ। ਤੇ ਸਾਡੇ ਇਹਨਾਂ ਐਫਰਟਸ ਤੋਂ ਬਾਅਦ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੇ 1 ਕਰੋੜ 57 ਲੱਖ ਰੁਪਏ ਦੀ ਇੱਥੇ ਗ੍ਰਾਂਟ ਔਰ ਫੰਡ ਵੀ ਭੇਜਿਆ ਹੈਗਾ। ਜਿਸ ਦਿਨ ਅਸੀਂ ਉੱਥੇ ਫੰਕਸ਼ਨ ਕਰਨਾ ਹੈ, ਉੱਥੇ ਸਾਡੇ ਜਿਹੜੇ ਪਾਰਟੀ ਦੇ ਆਗੂ ਹੈਗੇ ਨੇ, ਹਰੀਸ਼ ਰਾਵਤ ਜੀ ਸਾਡੇ ਸੀਨੀਅਰ ਹਾਈ ਕਮਾਂਡ ਹੈਗੇ ਨੇ, ਮੈਡਮ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਇਹਨਾਂ ਸਾਰਿਆਂ ਵੱਲੋਂ ਸਾਡੇ ਕੋਲ ਮੈਸੇजेस ਵੀ ਆ ਰਹੇ ਨੇ ਜਿਹੜੇ ਕਿ ਅਸੀਂ ਉੱਥੇ ਪੜ੍ਹੇ ਜਾਵਾਂਗੇ। ਇਸ ਤਰੀਕੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਰਹੇ ਹੈਗੇ ਆ। ਸਾਡੀ ਕਾਂਗਰਸ ਪਾਰਟੀ ਇਹਨਾਂ ਚੀਜ਼ਾਂ ਨਾਲ ਜੁੜੀ ਹੈਗੀ ਹੈ ਔਰ ਅਸੀਂ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰ ਰਹੇ ਹਾਂ। ਦੂਜਾ ਮੁੱਦਾ ਇੱਥੇ ਐਜੂਕੇਸ਼ਨ ਦਾ ਬਹੁਤ ਹੈਗਾ। ਮੈਂ ਦੇਖਦੀ ਹਾਂ ਇੱਥੇ ਕੋਈ ਅੱਛੇ ਕਾਲਜਸ ਸਪੈਸ਼ਲੀ ਕੁੜੀਆਂ ਵਾਸਤੇ ਹੈ ਨਹੀਂ ਗੇ। ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਪਾਰਟੀ ਹਾਈ ਕਮਾਂਡ ਦੇ ਔਰ ਆਪਣੀ ਜਿਹੜੀ ਸਰਕਾਰ ਹੈਗੀ ਉਹਨਾਂ ਦੇ ਧਿਆਨ ਵਿੱਚ ਲਿਆ ਰਹੇ ਹੈਗੇ, ਕਿਉਂਕਿ ਅਨਫੋਰਚੂਨੇਟਲੀ ਇਸ ਏਰੀਆ ਦੀ ਜਿਹੜੀ ਐਮਐਲਏ ਹੈਗੀ ਉਹਨੇ ਇਸ ਏਰੀਆ ਦੇ ਬਾਰੇ ਕੋਈ ਜ਼ਿਆਦਾ ਗੱਲਾਂ ਸਾਡੇ ਸਾਹਮਣੇ ਜਿਹੜੀ ਮੀਡੀਆ ਹੈ ਜਾਂ ਸਾਡੇ ਜਿਹੜੇ ਇੱਥੇ ਵਿਧਾਨ ਸਭਾ ਉਹਨਾਂ ਵਿੱਚ ਚੱਕਿਆ ਨਹੀਂ ਹੈਗਾ। ਉਹਨਾਂ ਨੇ ਆਪਣੀ ਐਮਐਲਏਸ਼ਿਪ ਜਿਹੜੀ ਹੈਗੀ ਹੈ ਉਹਦੇ ਵਿੱਚ ਜਗਰਾਓਂ ਦੀ ਕੀ ਵਿਕਾਸ ਕਾਰਜਕ੍ਰਮ ਕੀਤੇ ਨੇ, ਮੈਨੂੰ ਜ਼ਿਆਦਾ ਕੁਝ ਨਜ਼ਰ ਆਏ ਨਹੀਂ ਜਦੋਂ ਦੀ ਮੈਂ ਇੱਥੇ ਆਈ ਹੈਗੀ ਆ। ਇਸ ਕਰਕੇ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਕੰਮ ਮੈਂ ਜਗਰਾਓਂ ਦੀ ਸੇਵਾ ਦੇ ਵਾਸਤੇ ਕਰ ਸਕਾਂ, ਜਗਰਾਓਂ ਦੀ ਪਬਲਿਕ ਵਾਸਤੇ ਜਿੰਨੀ ਵੀ ਸੇਵਾ ਮੈਂ ਕਰ ਸਕਾਂ ਉਹ ਥੋੜ੍ਹੀ ਹੈਗੀ ਹੈ ਔਰ ਮੈਂ ਆਪਣੇ ਏਜੰਡਾਜ਼ 'ਤੇ ਇਹੀਓ ਰੱਖਿਆ ਹੋਇਆ ਕਿ ਮੈਂ ਜਗਰਾਓਂ ਦੀ ਪਬਲਿਕ ਦੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਹੋ ਸਕੇ ਮੈਂ ਕਰ ਸਕਾਂ। ਮੈਂ ਆਲਰੇਡੀ ਵੈਕਸੀਨੇਸ਼ਨ ਕੈਂਪ ਲਗਾਏ ਨੇ, ਮੈਂ ਫ੍ਰੀ ਮਾਸਕਸ ਵੰਡੇ ਨੇ N95 ਦੇ ਕਰੋਨਾ ਦੇ ਸਮੇਂ ਵਿੱਚ, ਔਰ ਹੋਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਮੇਰੇ ਨੌਲੇਜ ਵਿੱਚ ਲਿਆਂਦੀਆਂ ਗਈਆਂ ਨੇ ਮੈਂ ਉਹਨਾਂ ਸਾਰਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। 2022 ਦੇ ਵਿੱਚ ਚੋਣਾਂ 'ਚ ਮੈਡਮ ਜੀ ਸੀਐਮ ਦਾ ਚਿਹਰਾ ਕੌਣ ਲੱਗਦਾ ਹੈ? ਨਵਜੋਤ ਸਿੰਘ ਸਿੱਧੂ ਜੀ ਆ ਗਏ ਨਾ। ਦੇਖੋ ਜੀ, ਆਪ ਜੀ ਇਹ ਪ੍ਰਸ਼ਨ ਫਿਰ ਮੇਰੇ ਕੋਲੋਂ ਜਿੰਨੀ ਵਾਰੀ ਮਰਜ਼ੀ ਪੁੱਛੋ, ਮੇਰਾ ਜਵਾਬ ਇੱਕੋ ਹੀ ਰਹੇਗਾ ਕਿ ਸਾਡੇ ਸਾਰੇ ਡਿਸੀਜਨਸ ਪਾਰਟੀ ਹਾਈ ਕਮਾਂਡ ਦੇ ਹੁੰਦੇ ਨੇ ਔਰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਡਿਸੀਜਨਸ ਮੰਨਣੇ ਹੁੰਦੇ ਨੇ। ਅਸੀਂ ਆਪਣੀ ਰਾਏ ਜਾਂ ਆਪਣਾ ਇੱਕ ਵਿਚਾਰ ਜਾਂ ਆਪਣਾ ਇੱਕ ਸੁਜੈਸ਼ਨ ਜ਼ਰੂਰ ਪੁੱਟ ਅਪ ਕਰਦੇ ਹੈਗੇ ਆ ਔਰ ਅਸੀਂ ਇਹੀਓ ਸੋਚਦੇ ਹਾਂ ਕਿ ਹਾਈ ਕਮਾਂਡ ਜਿਹੜੀ ਹੈ ਉਹਨਾਂ ਦੇ ਕੋਲ ਸਾਰੀਆਂ ਨੌਲੇਜ ਦੇ ਫੈਕਟਸ ਹੈਗੇ ਨੇ, ਉਹਨਾਂ ਕੋਲ ਸਾਰੀ ਨੌਲੇਜ ਹੈ, ਉਹਨਾਂ ਦੇ ਕੋਲ ਸਾਰਾ ਇਸ ਚੀਜ਼ ਦੇ ਪੰਜਾਬ ਵਾਸਤੇ ਇੱਕ ਬਹੁਤ ਵੱਡੀਆ ਪਲਾਨ ਹੈਗਾ ਔਰ ਉਸ ਪਲਾਨ ਦੇ ਤਹਿਤ ਆਪ ਜੀ ਛੇਤੀ ਹੀ ਦੇਖੋਗੇ ਬਹੁਤ ਅੱਛਾ ਇੱਕ ਰੂਪ ਰੇਖਾ ਪੰਜਾਬ ਦੀ ਬਣ ਕੇ ਸਾਹਮਣੇ ਆਏਗੀ। ਠੀਕ ਹੈ। ਅਕਾਲੀ ਦਲ ਕਹਿ ਰਹੇ ਜੀ ਅਸੀਂ 400 ਯੂਨਿਟ ਫ੍ਰੀ ਦੇਵਾਂਗੇ, ਆਮ ਆਦਮੀ ਪਾਰਟੀ ਕਹਿ ਰਹੀ ਵੀ ਅਸੀਂ 600 ਯੂਨਿਟ ਫ੍ਰੀ ਦੇਵਾਂਗੇ, ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਵੀ ਅਸੀਂ 3 ਰੁਪਏ ਯੂਨਿਟ ਦੇਵਾਂਗੇ ਸਾਡੀ ਸਰਕਾਰ ਆ ਜਾਵੇ। ਤੇ ਸਰਕਾਰ ਹੁਣ ਤਾਂ ਹੈਗੀ ਜੀ, ਕਾਂਗਰਸ ਪਾਰਟੀ ਹਜੇ ਵੀ ਹੈਗੀ ਆ, ਹੁਣ ਕਰ ਦੇਣਾ। ਦੇਖੋ ਜੀ, ਜਿਹੜੀ ਗੱਲ ਅਕਾਲੀ ਪਾਰਟੀ ਕਹਿ ਰਹੀ ਹੈ ਜਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹ ਉਹਨਾਂ ਦੇ ਜੁਮਲੇ ਹੋ ਸਕਦੇ ਨੇ। ਸਾਡੀ ਸਰਕਾਰ ਦੇ ਅੰਦਰ ਜਿਹੜੇ ਵੀ ਕੰਮ ਕੀਤੇ ਜਾਂਦੇ ਉਹ ਜੁਮਲੇਬਾਜ਼ੀ ਨਾਲ ਨਹੀਂ ਕੀਤੇ ਜਾਂਦੇ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਜੀ ਨੇ ਕਹੀ ਕਿ ਮੈਂ 3 ਰੁਪਏ ਤੇ ਉੱਤੇ ਆਪਣਾ ਇੱਥੇ ਬਿਜਲੀ ਦਾ ਲੈ ਕੇ ਆਈ, ਦੇਖੋ ਉਹ ਇੱਕ ਲੀਡਰ ਨੇ, ਉਹਨਾਂ ਨੇ ਆਪਣਾ ਇੱਕ ਵਿਚਾਰ ਦੱਸਿਆ ਕਿ ਉਹਨਾਂ ਦੇ ਮਾਈਂਡ ਵਿੱਚ ਜਾਂ ਉਹਨਾਂ ਦੇ ਮਨ ਵਿੱਚ ਕੀ ਪਲਾਨ ਹੈਗੀ ਹੈ ਪੰਜਾਬ ਵਾਸਤੇ। ਹੁਣੇ ਉਹਨਾਂ ਨੇ ਪਦਭਾਰ ਸੰਭਾਲਿਆ ਹੈਗਾ, ਹੁਣੇ ਹੀ ਉਹ ਸਾਰੇ ਜਿਹੜੇ ਇਹ ਇਸ਼ੂਜ਼ ਨੇ ਉਹਨਾਂ ਨੂੰ ਆਪਣੇ ਮੰਤਰੀਆਂ ਦੇ ਨਾਲ, ਮੁੱਖ ਮੰਤਰੀ ਸਾਹਿਬ ਦੇ ਨਾਲ, ਆਪਣੇ ਐਮਐਲਏਜ਼ ਦੇ ਨਾਲ ਉਹ ਡਿਸਕਸ ਕਰ ਰਹੇ। ਉਹਨਾਂ ਨੇ ਆਪਣੀ ਇੱਕ ਵਿਚਾਰ ਭਾਵਨਾ ਆਪ ਜੀ ਨੂੰ ਦੱਸੀ, ਆਪ ਜੀ ਨੇ ਉਹਦਾ ਗਲਤ ਇੰਟਰਪ੍ਰੀਟੇਸ਼ਨ ਲੈ ਲਿਆ ਕਿ ਜੀ ਹੁਣ ਸਰਕਾਰ ਹੈਗੀ ਹੈ ਹੁਣ ਕਿਉਂ ਨਹੀਂ। ਉਹਨਾਂ ਨੇ ਕਦੋਂ ਕਿਹਾ ਕਿ ਜੀ ਕਿ ਇਹ ਸਾਡੀ ਸਰਕਾਰ ਨਹੀਂ ਕਰੇਗੀ, ਹੁਣ ਦੀ ਕਰੇਗੀ, ਅੱਗੇ ਆਉਣ ਵਾਲੀ ਕਰੇਗੀ। ਸਮਾਂ ਜਿਹੜਾ ਹੈਗਾ ਹੈ ਉਹਦੇ ਦੌਰਾਨ ਵਿੱਚ ਜੇ ਮੰਨ ਲਓ ਇਲੈਕਸ਼ਨਾਂ ਆ ਜਾਂਦੀਆਂ ਨੇ, ਸਾਰੇ ਆਪ ਜੀ ਨੂੰ ਪਤਾ ਹੈਗਾ ਕਿ ਵੀ ਇੱਥੇ ਜਿਹੜੇ ਫਾਲਟੀ ਐਗਰੀਮੈਂਟਸ ਹੋਏ ਨੇ ਉਹਨਾਂ ਨੂੰ ਰੱਦ ਕਰਨਾ ਇੱਕ ਪ੍ਰਕਿਰਿਆ ਹੁੰਦੀ ਹੈਗੀ ਹੈ, ਠੀਕ ਹੈ ਨਾ। ਅਸੀਂ ਅੱਜ ਕਹਿ ਦਈਏ ਕਿ ਅਸੀਂ ਇੱਕ ਚੀਜ਼ ਨੂੰ ਇੱਕ ਮੁੱਲ 'ਤੇ ਦੇਣਾ ਹੈ, ਉਹਨੂੰ ਦੇਣ ਵਾਸਤੇ ਸਾਨੂੰ ਕਾਫੀ ਚੀਜ਼ਾਂ ਦਾ ਠੀਕ ਵੀ ਤਾਂ ਕਰਨਾ ਪਏਗਾ। ਐਗਰੀਮੈਂਟ ਰੱਦ ਕਰਨੇ ਪੈਣਗੇ, ਦੁਬਾਰਾ ਤੋਂ ਬੈਠ ਕੇ ਸਾਰਾ ਬਜਟ ਜਿਹੜਾ ਹੈਗਾ ਉਹਨੂੰ ਚੌਕ ਆਊਟ ਕਰਨਾ ਪਏਗਾ। ਇਸ ਲਈ ਇਹ ਕਹਿ ਦੇਣਾ ਕਿ ਮੈਂ ਹੁਣੇ ਕਰ ਰਿਹਾ, ਮੈਂ ਅੱਜ ਹੀ ਦੇ ਦਿੱਤਾ,
ਇਸ ਤਰੀਕੇ ਦੇ ਅਸੀਂ ਜੋਸ਼ ਭਰੇ ਜਿਹੜੇ ਹੈਗੇ ਨੇ ਉਹ ਸਟੇਟਮੈਂਟਸ ਨਹੀਂ ਦੇਣਾ ਚਾਹੁੰਦੇ। ਅਸੀਂ ਉਹ ਦੇਣਾ ਚਾਹੁੰਦੇ ਹਾਂ ਜੋ ਅਸੀਂ ਆਪਣੀ ਪਬਲਿਕ ਨੂੰ ਅੱਜ ਪ੍ਰੋਮਿਸ ਕਰਾਂਗੇ ਤੇ ਉਹਨੂੰ ਦੇਵਾਂਗੇ। ਇਸ ਕਰਕੇ ਹੋ ਸਕਦਾ ਉਹਨਾਂ ਦੀ ਗੱਲ ਨੂੰ ਤੁਸੀਂ ਇਸ ਤਰੀਕੇ ਨਾਲ ਇੰਟਰਪ੍ਰੀਟ ਕਰ ਲਿਆ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕਾਨੂੰਨੀ ਕਾਰਵਾਈ ਵਿੱਚੋਂ ਨਿਕਲਣਾ ਪੈਂਦਾ ਹੈਗਾ। ਇਸ ਕਰਕੇ ਸ਼ਾਇਦ ਉਹਨਾਂ ਨੇ ਕਹਿ ਦਿੱਤਾ ਹੋਵੇਗਾ ਵੀ ਅਗਲੀ ਸਰਕਾਰ ਤੱਕ ਅਸੀਂ ਇਹ ਮੁਹੱਈਆ ਕਰਾ ਸਕਦੇ ਹਾਂ, ਕਿਉਂਕਿ ਜਿਹੜਾ ਵੀ ਪ੍ਰੋਸੀਜਰ ਹੈ ਉਹਨੂੰ ਥੋੜ੍ਹਾ ਟਾਈਮ ਲੱਗਦਾ ਹੈ। ਜੇ ਅਸੀਂ ਉਹ ਕਰਨਾ ਚਾਹੁੰਦੇ ਹਾਂ, ਇਹ ਤੁਸੀਂ ਸਾਡੀ ਦ੍ਰਿੜ ਜਿਹੜੇ ਹੈਗਾ ਸੰਕਲਪ ਉਹਨੂੰ ਦੇਖੋ, ਉਹ ਇਹ ਦੇਖੋ ਕਿ ਅਸੀਂ ਕਰਨਾ ਕੀ ਚਾਹੁੰਦੇ ਹੈਗੇ ਆ। ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਵੀ ਜਿਹੜੀ ਗੱਲ ਹੈਗੀ ਉਸ ਚੀਜ਼ ਨੂੰ ਤੁਸੀਂ ਲੈ ਕੇ ਉਹਦੀ ਨੈਗੇਟਿਵ ਸਾਈਡ ਨੂੰ ਦੇਖੋ। ਅਸੀਂ ਜੋ ਆਪਣੀ ਪਲਾਨ ਹੈ, ਪਾਲਿਸੀ ਹੈ, ਮੀਡੀਆ ਦੇ ਅੱਗੇ ਰੱਖੀ ਹੈਗੀ ਹੈ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੰਜਾਬ ਦੀ ਜਨਤਾ ਹੈਗੀ ਉਹਨੂੰ ਘੱਟ ਤੋਂ ਘੱਟ ਦਰ ਦੇ ਉੱਤੇ ਬਿਜਲੀ ਮਿਲੇ, ਔਰ ਜਿਹੜੀ ਉਹਨਾਂ ਦੀ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹ ਛੇਤੀ ਦੂਰ ਹੋਣ। ਤੁਸੀਂ ਦਿੱਲੀ ਰਹਿੰਦੇ ਹੋ ਮੈਡਮ ਜੀ, ਕੇਜਰੀਵਾਲ ਦਾ ਜਿਹੜਾ ਕੰਮਕਾਰ ਕਿਵੇਂ ਲੱਗਦਾ ਤੁਹਾਨੂੰ? ਆਪ ਜੀ ਦੀ ਗਲਤ ਜਾਣਕਾਰੀ ਹੈ ਕਿ ਮੈਂ ਦਿੱਲੀ ਰਹਿੰਦੀ ਹਾਂ, ਮੈਂ ਜਗਰਾਓਂ ਰਹਿੰਦੀ ਹੈਗੀ ਹਾਂ। ਆਪ ਜੀ ਮੇਰੇ ਘਰ 'ਚ ਬੈਠੇ ਹੈਗੇ ਹੋ, ਇਹਦਾ ਤੁਹਾਨੂੰ ਪ੍ਰਮਾਣ ਪੱਤਰ ਚਾਹੀਦਾ ਹੈ, ਅਤੇ ਮੈਂ ਸੋਚਦੀ ਹਾਂ ਕਿ ਜੀ ਤੁਸੀਂ ਫੋਟੋ ਖਿੱਚ ਕੇ ਦੇਖ ਲਓ, ਲੋਕੇਸ਼ਨ ਪਿੰਨ ਪਾ ਕੇ ਵੇਖ ਲਓ ਕਿ ਇਸ ਵੇਲੇ ਮੈਂ ਦਿੱਲੀ ਹਾਂ ਕਿ ਜਗਰਾਓਂ ਹਾਂ। ਅਤੇ ਦੇਖੋ, ਹਰ ਬੰਦਾ ਆਪਣੇ ਵਿਵਸਾਏ ਨਾਲ ਜੁੜਿਆ ਹੁੰਦਾ ਹੈ। ਹੁਣ ਜੇ ਸੁਪਰੀਮ ਕੋਰਟ ਆਫ ਇੰਡੀਆ ਦਿੱਲੀ 'ਚ ਸਥਾਪਿਤ ਹੈਗੀ ਹੈ ਅਤੇ ਮੈਂ ਉਹਦੀ ਕੋਈ ਬ੍ਰਾਂਚ ਜਗਰਾਓਂ 'ਚ ਨਹੀਂ ਖੋਲ੍ਹ ਸਕਦੀ। ਅਤੇ ਇਸ ਕਰਕੇ ਸਾਨੂੰ ਜਦੋਂ ਸਾਡਾ ਕੇਸ ਲੱਗਦਾ ਹੈ, ਹਾਲੇ ਤਾਂ ਬਹੁਤ ਹੀ ਇੱਕ ਐਸਾ ਦੌਰ ਚੱਲ ਰਿਹਾ ਜਿਹਦੇ ਵਿੱਚ ਵਰਚੁਅਲ ਹੀਅਰਿੰਗਸ ਚੱਲ ਰਹੀਆਂ ਨੇ, ਅਤੇ ਸਾਡੀ ਜਿਹੜੀ ਸੁਪਰੀਮ ਕੋਰਟ ਦੀ ਪੇਸ਼ੀਆਂ ਹੈਗੀਆਂ ਉਹ ਵਰਚੁਅਲ ਹੀਅਰਿੰਗ 'ਤੇ ਹੋ ਜਾਂਦੀਆਂ। ਫਿਰ ਵੀ ਕਈ ਵਾਰੀ ਸਾਡੀ ਫਾਈਲਿੰਗ ਵਾਸਤੇ, ਸਾਡੇ ਡਾਕੂਮੈਂਟੇਸ਼ਨ ਵਾਸਤੇ, ਕਿਉਂਕਿ ਮੈਂ ਸਟੇਟ ਆਫ ਰਾਜਸਥਾਨ ਦੀ ਵੀ ਸਟੈਂਡਿੰਗ ਕਾਊਂਸਲ ਹੈਗੀ ਹਾਂ ਸੁਪਰੀਮ ਕੋਰਟ ਵਿੱਚ, ਅਤੇ ਮੇਰੀ ਪ੍ਰੈਕਟਿਸ ਜਿਹੜੀ ਹੈਗੀ ਹੈ ਉਹਦੇ ਵਿੱਚ ਕਈ ਵਾਰੀ ਸਾਡੇ ਐਫੀਡੇਵਿਟ ਸਾਨੂੰ ਟੈਸਟ ਕਰਨੇ ਪੈਂਦੇ ਨੇ, ਜਾਂ ਸਾਨੂੰ ਕੁਝ ਕਾਗਜ਼ੀ ਕਾਰਵਾਈਆਂ ਕਰਨੀਆਂ ਪੈਂਦੀਆਂ, ਜਿਹਦੇ ਵਾਸਤੇ ਮੈਨੂੰ ਦਿੱਲੀ ਆਉਣਾ ਜਾਣਾ ਪੈਂਦਾ। ਜਿਸ ਤਰੀਕੇ ਨਾਲ ਸਾਰੇ ਜਿਹੜੇ ਵੀ ਪੋਲੀਟੀਕਲ ਲੀਡਰਸ ਨੇ ਉਹਨਾਂ ਦੇ ਜਿੱਥੇ ਵੀ ਹੋਮ ਟਾਊਨ ਨੇ ਜਾਂ ਜਿੱਥੇ ਵੀ ਨੇ, ਉੱਥੋਂ ਉਹ ਆਪਣੇ ਵਿਵਸਾਏ ਵਾਸਤੇ ਜਾਂ ਕਿਸੇ ਕੰਮਾਂ ਕਾਰਾਂ ਵਾਸਤੇ ਆਪਾਂ ਚੰਡੀਗੜ੍ਹ ਤੱਕ ਵੀ ਜਾਂਦੇ, ਲੁਧਿਆਣੇ ਤੱਕ ਵੀ ਜਾਂਦੇ। ਅਤੇ ਇਹ ਗੱਲ ਕਹਿਣਾ ਕਿ ਜੀ ਮੈਂ ਦਿੱਲੀ ਦੀ ਹਾਂ ਔਰ ਦਿੱਲੀ 'ਚ ਹੀ ਰਹਿੰਦੀ ਹਾਂ, ਇਹ ਆਪ ਜੀ ਦੀ ਮਿਸ ਇਨਫੋਰਮੇਸ਼ਨ ਹੈ। ਮੈਨੂੰ ਕਲੈਰੀਫਾਈ ਕਰ ਦੇਣਾ ਚਾਹੀਦਾ ਕਿ ਮੈਂ ਹੁਣ ਜਗਰਾਓਂ 'ਚ ਰਹਿੰਦੀ ਹਾਂ। ਮੇਰੇ ਮਕਾਨ ਦਾ ਨਾਮ ਸਰਦਾਰ ਬੂਟਾ ਸਿੰਘ ਨਿਵਾਸ ਹੈਗਾ, ਗਲੀ ਨੰਬਰ 6, ਰਾਇਲ ਵਿਲਾਜ਼, ਬਿਹਾਈਂਡ 5 ਰਿਵਰਸ ਹੋਟਲ, ਜਗਰਾਓਂ, ਨੈਸ਼ਨਲ ਹਾਈਵੇ 5 ਤੇ ਇਹ ਸਥਿਤ ਹੈਗਾ। ਮੈਡਮ, ਉਹ ਤਾਂ ਠੀਕ ਹੈ ਤੁਹਾਡੀ ਗੱਲ, ਤੁਸੀਂ ਇੱਥੇ ਰਹਿੰਦੇ ਹੋ। ਕੱਲ੍ਹ ਨੂੰ ਬਾਈ ਚਾਂਸ ਮੰਨ ਲਓ ਤੁਸੀਂ ਦਾਅਵਾ ਤਾਂ ਕਰਦੇ ਹੋ ਟਿਕਟ ਦਾ ਆਪਦੀ ਦਾ, ਹੈ ਨਾ, ਜੇ ਬਾਈ ਚਾਂਸ ਕਾਂਗਰਸ ਵੱਲੋਂ ਟਿਕਟ ਨਹੀਂ ਮਿਲਦੀ, ਉਸ ਤੋਂ ਬਾਅਦ ਰਹੋਗੇ ਇੱਥੇ ਤੁਸੀਂ? ਜੇ ਕਾਂਗਰਸ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਟਿਕਟ ਦੇ ਰਾਹੀਂ ਹੀ ਮੈਂ ਜਗਰਾਓਂ ਇਲਾਕੇ ਦੀ ਸੇਵਾ ਕਰਨੀ ਹੈ, ਇਹ ਗੱਲ ਤਾਂ ਮੈਂ ਕਦੀ ਨਹੀਂ ਕਹੀ। ਮੈਂ ਅੱਜ ਵੀ ਬਿਨਾਂ ਟਿਕਟ ਦੇ ਹੀ ਜਗਰਾਓਂ ਵਿੱਚ ਬੈਠੀ ਹਾਂ ਔਰ ਜਗਰਾਓਂ ਦੀ ਸੇਵਾ ਕਰ ਰਹੀ ਹਾਂ। ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਜਗਰਾਓਂ ਦੇ ਨਾਲ ਕੋਈ ਸਾਡਾ ਪਿਆਰ ਸਿਰਫ ਸਿਆਸੀ ਨਹੀਂ ਹੈਗਾ। ਸਾਡਾ ਪਿਆਰ ਇੱਥੇ ਇਸ ਲਈ ਵੀ ਹੈਗਾ ਕਿਉਂਕਿ ਜਿਨ੍ਹਾਂ ਗੁਰੂਆਂ ਨੂੰ ਅਸੀਂ ਮੰਨਦੇ ਹਾਂ, ਜਿਨ੍ਹਾਂ ਦੇ ਸਹਾਰੇ ਅਸੀਂ ਇੱਥੇ ਬੈਠੇ ਹਾਂ, ਜਿਨ੍ਹਾਂ ਦੇ ਸਹਾਰੇ ਸਾਡੇ ਪਿਤਾ ਜੀ ਨੇ ਇੰਨੀ ਤਰੱਕੀ ਪ੍ਰਾਪਤ ਕੀਤੀ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਸ ਨਾਨਕਸਰ ਆਸ਼ਰਮ ਵਾਸਤੇ ਵੀ ਡੈਡੀਕੇਟਿਡ ਹਾਂ, ਜਗਰਾਓਂ ਦੀ ਜਨਤਾ ਨੂੰ ਵੀ ਡੈਡੀਕੇਟਿਡ ਹਾਂ, ਆਪਣੇ ਸਮਾਜ ਨੂੰ ਵੀ ਡੈਡੀਕੇਟਿਡ ਹਾਂ। ਅਤੇ ਇਸ ਕਰਕੇ ਜ਼ਰੂਰੀ ਨਹੀਂ ਕਿ ਟਿਕਟ ਹੋਣਾ ਜਾਂ ਨਾ ਹੋਣਾ, ਮੇਰੇ ਅੰਦਰ ਜਿਹੜੀ ਇੱਕ ਸੇਵਾ ਭਾਵਨਾ ਹੈ, ਜਿਹੜੀ ਮੇਰੇ ਅੰਦਰ ਇੱਕ ਆਪਣੇ ਸਮਾਜ ਦੇ ਵਾਸਤੇ ਕੰਮ ਕਰਨ ਦੀ ਸੇਵਾ ਭਾਵਨਾ ਹੈ, ਉਹਦੇ ਵਾਸਤੇ ਮੈਨੂੰ ਕੋਈ ਟਿਕਟ ਜਾਂ ਕੋਈ ਪੋਲੀਟੀਕਲ ਪਾਰਟੀ ਦੀ ਕੋਈ ਪਰਮਿਸ਼ਨ ਨਹੀਂ ਚਾਹੀਦੀ ਹੈਗੀ। ਮੈਂ ਆਪਣੀ ਇੱਛਾ ਸਵ ਇੱਛਾ ਨਾਲ ਇੱਥੇ ਬੈਠੀ ਹਾਂ ਔਰ ਮੈਂ ਜਿੱਥੋਂ ਤੱਕ ਹੋ ਸਕੇਗਾ ਮੈਂ ਜਗਰਾਓਂ ਦੀ ਸੇਵਾ ਕਰਕੇ ਆਪਣੇ ਇਸ ਜੀਵਨ ਨੂੰ ਸਫਲ ਸਮਝਾਂਗੀ। ਸੀਐਮ ਸਾਹਿਬ ਨੇ ਕਿਹਾ ਸੀਗਾ ਜੀ ਅਸੀਂ ਜਦੋਂ ਸਾਡੀ ਸਰਕਾਰ ਆਉਂਦੀ ਆ 2500 ਅਸੀਂ ਪੈਨਸ਼ਨ ਕਰ ਦਿਆਂਗੇ, ਬੁਢਾਪਾ ਪੈਨਸ਼ਨ, ਅਤੇ 1 ਜੁਲਾਈ ਦੇ ਪੋਸਟਰ ਵੀ ਲਾਤੇ ਸੀਗੇ ਪੰਜਾਬ ਸਰਕਾਰ ਨੇ, ਪਰ ਹਾਲੇ ਤੱਕ ਜੀ ਮੈਡਮ ਜੀ ਉਹ 1500 ਵੀ ਨਹੀਂ ਕਰ ਸਕੇ। ਦੇਖੋ ਜੀ, ਮੈਂ ਆਪ ਜੀ ਨੂੰ ਫਿਰ ਇਹ ਗੱਲ ਕਹਿ ਰਹੀ ਹੈਗੀ ਹਾਂ ਕਿ ਸੀਐਮ ਸਾਹਿਬ ਦੇ ਜਿਹੜੇ ਡਿਸੀਜਨਸ ਨੇ, ਉਹਨਾਂ ਦੇ ਬਜਟ ਦੇ, ਉਹਨਾਂ ਦੀ ਕੈਬਨਿਟ ਦੇ ਜਿਹੜੇ ਡਿਸੀਜਨਸ ਨੇ, ਉਹਨਾਂ ਵਿੱਚ ਕੀ ਡਿਲੇ ਹੈਗੀ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਤੁਹਾਨੂੰ ਸੀਐਮ ਸਾਹਿਬ ਦੇ ਉੱਥੋਂ ਹੀ ਮਿਲੇਗੀ। ਬਾਕੀ ਸਾਡੀ ਪਾਰਟੀ ਵੱਲੋਂ ਉਹਨਾਂ ਨੂੰ ਇੱਕ 18 ਪੁਆਇੰਟ ਦਾ ਤੁਹਾਨੂੰ ਪਤਾ ਹੈਗਾ, ਕਾਂਗਰਸ ਹਾਈ ਕਮਾਂਡ ਨੇ ਵੀ ਉਹਨਾਂ ਨੂੰ 18 ਪੁਆਇੰਟਸ ਦਾ ਇੱਕ ਏਜੰਡਾ ਦਿੱਤਾ ਹੈ, ਜਿਹੜੇ ਪੁਆਇੰਟਸ ਇਸ ਵੇਲੇ ਪੰਜਾਬ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ, ਜਿਨ੍ਹਾਂ ਦੇ ਉੱਤੇ ਧਿਆਨ ਕੀਤਾ ਜਾਣਾ ਚਾਹੀਦਾ ਹੈ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੰਮ ਪਿਛਲੇ 4.5 ਸਾਲਾਂ 'ਚ ਨਹੀਂ ਹੋਏ, ਜੇ ਭਾਵੇਂ ਉਹਨਾਂ ਦੇ ਇਸ਼ਤਿਹਾਰ ਬੋਰਡ ਕੁਝ ਵੀ ਲੱਗੇ, ਦੇਖੋ ਇਸ਼ਤਿਹਾਰ ਬੋਰਡ ਬੈਨਰਾਂ ਵਾਲੀ ਪੋਲੀਟਿਕਸ ਨਾ, ਉਹਨਾਂ ਦੇ ਉੱਤੇ ਨਹੀਂ ਜਾਣਾ ਚਾਹੀਦਾ। ਸਾਡੀ ਇੱਛਾ ਔਰ ਮਨਸ਼ਾ ਕੀ ਹੈਗੀ, ਦੇਖੋ ਕਿਸੇ ਆਮ ਬੰਦੇ ਨੇ ਤਾਂ ਪੋਸਟਰ ਲਾਏ ਨਹੀਂ, ਬਕਾਇਦਾ ਪੰਜਾਬ ਸਰਕਾਰ ਨੇ ਹੀ ਬੋਰਡ ਲਾਏ ਸੀ। ਠੀਕ ਹੈਗੀ ਹੈ ਆਪ ਜੀ ਦੀ ਗੱਲ, ਪੰਜਾਬ ਸਰਕਾਰ ਨੇ ਬੋਰਡ ਲਗਾਏ ਸੀਗੇ ਔਰ ਉਹਦੇ ਵਿੱਚ ਜੇ ਕੋਈ ਤਰੁੱਟੀ ਰਹਿ ਗਈ ਹੈ, ਜੇ ਕੋਈ ਕਮੀ ਰਹਿ ਗਈ ਹੈ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਪੂਰੇ ਨਹੀਂ ਹੋਏ ਹੈਗੇ ਨੇ, ਅਤੇ ਇਹ 4.5 ਸਾਲ ਦੇ ਬਾਅਦ ਦਾ ਵੀ ਜਿਹੜਾ ਸਮੇਂ ਹੈਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਛੇਤੀ ਤੋਂ ਛੇਤੀ ਇਹ ਸਾਰੇ ਕੰਮ ਪੂਰੇ ਹੋ ਜਾਣ। ਸਾਡਾ 5 ਸਾਲ ਦਾ ਕਾਰਜਕਾਲ ਹੈਗਾ,
है ना जी। ਤੇ ਜਿਹੜੇ ਕੰਮ ਕਿਸੇ ਵਜ੍ਹਾ ਦੇ ਨਾਲ ਰੁਕ ਗਏ, ਰਹਿ ਗਏ ਜਾਂ ਸਾਡੀ ਸਰਕਾਰ ਨੇ ਨਹੀਂ ਉਸ ਵੇਲੇ ਧਿਆਨ ਦਿੱਤਾ, ਤੇ ਸਾਡੀ ਹਾਈ ਕਮਾਂਡ ਨੇ ਉਸ ਚੀਜ਼ ਦੇ ਉੱਤੇ ਧਿਆਨ ਦੇ ਕੇ ਕਿਹਾ ਹੈਗਾ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਏ। ਸਾਡੀ ਵੀ ਕੋਸ਼ਿਸ਼ ਇਹ ਹੈਗੀ ਕਿ ਜਿੰਨਾ ਵੀ ਸਹਿਯੋਗ ਹੋ ਸਕੇਗਾ ਅਸੀਂ ਵੀ ਕਰਕੇ ਤੇ ਇਹਨਾਂ ਕੰਮਾਂ ਨੂੰ ਕੈਪਟਨ ਸਾਹਿਬ ਨੂੰ, ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਕਰਾਂਗੇ ਵੀ ਛੇਤੀ ਤੋਂ ਛੇਤੀ ਇਹਨਾਂ ਕੰਮਾਂ ਨੂੰ ਪੂਰਾ ਕੀਤਾ ਜਾਏ, ਤਾਂ ਕਿ ਲੋਕਾਂ ਦੇ ਅੰਦਰ ਦੁਬਾਰਾ ਸਾਡੀ ਪਾਰਟੀ ਵਾਸਤੇ ਜਿਹੜੀ ਇੱਕ ਪਿਆਰ ਸੀਗਾ, ਜਿਹੜਾ ਪਿਛਲੀ ਵਾਰੀ ਉਹਨਾਂ ਨੇ ਸਾਨੂੰ ਚੁਣ ਕੇ ਇੱਕ ਏਜੰਡਾ ਦਿੱਤਾ ਸੀਗਾ, ਅਸੀਂ ਦੁਬਾਰਾ ਉਸ ਏਜੰਡੇ ਨੂੰ ਲੈ ਕੇ ਲੋਕਾਂ ਦੇ ਵਿੱਚ ਆ ਸਕੀਏ। ਜਿਸ ਤਰ੍ਹਾਂ ਤੁਸੀਂ ਹੁਣ ਲੋਕਾਂ 'ਚ ਜਾਣਾ ਹੈਗਾ, ਪਿੰਡਾਂ 'ਚ ਤੁਸੀਂ ਜਾਓਗੇ, ਲੋਕ ਘੇਰਨਗੇ ਤੁਹਾਨੂੰ ਜੀ, ਕਿਵੇਂ ਤੁਸੀਂ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਜੀ ਚੁਣੌਤੀਆਂ ਹੈਗੀਆਂ ਮੈਂ ਇਹ? ਆਪ ਜੀ ਨੂੰ ਬਾਰ-ਬਾਰ ਇਹ ਦੱਸ ਰਹੀ ਹਾਂ ਕਿ ਸਾਡੀ ਹਾਈ ਕਮਾਂਡ ਨੇ ਹੁਣੇ ਪਿਛਲੇ ਹੀ ਕੁਝ ਸਮੇਂ ਵਿੱਚ ਦੁਬਾਰਾ ਤੋਂ ਸੀਐਮ ਸਾਹਿਬ ਨੂੰ ਬੁਲਾ ਕੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੌਰ ਕੀਤਾ ਹੈ, ਔਰ ਮੈਨੂੰ ਪੂਰੀ ਉਮੀਦ ਹੈ ਕਿ ਸੀਐਮ ਸਾਹਿਬ ਬਹੁਤ ਛੇਤੀ ਹੀ ਇਹਨਾਂ ਚੀਜ਼ਾਂ ਨੂੰ, ਜਿਹੜੇ ਆਪਸੀ ਵਾਅਦੇ ਕੀਤੇ ਹੋਏ ਨੇ, ਜਿਹੜੇ ਰਹਿ ਗਏ ਨੇ, ਉਹਨਾਂ ਨੂੰ ਪੂਰਾ ਕਰਨਗੇ। ਔਰ ਸੀਐਮ ਸਾਹਿਬ ਦੇ ਨਾਲ ਸਾਰੀ ਟੀਮ ਉਹਨਾਂ ਦੀ ਜਿਹੜੀ ਹੈ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰੇਗੀ ਕਿ ਛੇਤੀ ਤੋਂ ਛੇਤੀ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਜਿਹੜੇ ਨੇ ਉਹ ਬਣਾ ਕੇ ਤੇ ਜਨਤਾ ਦੇ ਅੱਗੇ ਜਾਣਾ ਹੈ, ਤੇ ਛੇਤੀ ਹੀ ਇਹਨਾਂ ਕੰਮਾਂ ਨੂੰ ਪੂਰੀ ਤਰੀਕੇ ਨਾਲ ਕੀਤਾ ਜਾਏਗਾ। 2022 ਦੀਆਂ ਚੋਣਾਂ 'ਚ ਫਿਰ ਕੀ ਵਾਅਦੇ ਲੈ ਕੇ ਜਾਓਗੇ ਗੁਰਕੀਰਤ ਜੀ ਤੁਸੀਂ? ਇਹ ਤਾਂ ਸਾਡੀ ਜੀ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦਾ ਏਜੰਡਾ ਸੈੱਟ ਹੋਏਗਾ, ਜਿਹੜੀ ਵੀ ਸਾਡੀ ਪਾਰਟੀ ਦਾ ਇੱਕ ਮੈਨੀਫੈਸਟੋ ਬਣੇਗਾ, ਉਹ ਮੈਨੀਫੈਸਟੋ ਲੈ ਕੇ ਹੀ ਅਸੀਂ ਜਨਤਾ ਦੇ ਵਿੱਚ ਉਤਰਾਂਗੇ। ਬਾਕੀ ਸਾਡੇ ਆਪਣੇ ਪਰਸਨਲ ਤਰੀਕੇ ਦੇ ਨਾਲ ਜੋ ਅਸੀਂ ਜਨਤਾ ਦੀ ਸੇਵਾ ਅੱਜ ਕਰ ਰਹੇ ਹੈਗੇ ਆ, ਜੋ ਅਸੀਂ ਜਨਤਾ ਦੇ ਕੰਮ ਅੱਜ ਆ ਰਹੇ ਹੈਗੇ ਆ, ਉਹਦਾ ਵੀ ਜਨਤਾ ਜ਼ਰੂਰ ਸਾਨੂੰ ਕੁਛ ਨਾ ਕੁਛ ਰਿਕਗਨੀਸ਼ਨ ਦੇਗੀ, ਕਿਉਂਕਿ ਅਸੀਂ ਜਿਹੜੀ ਹੈ ਆਪਣੀ ਸੇਵਾ ਭਾਵਨਾ ਲੈ ਕੇ ਬੈਠੇ ਹੋਏ ਆ। ਜਿੰਨੇ ਕੰਮ ਹੋ ਸਕਣਗੇ ਅਸੀਂ ਜ਼ਰੂਰ ਕਰਾਂਗੇ, ਡਿਵੈਲਪਮੈਂਟ ਦੇ ਹੋਣ, ਇੱਥੋਂ ਦੇ ਵਾਸਤੇ ਕੋਈ ਪਲੈਨਿੰਗ ਦੇ ਹੋਣ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰ ਰਹੇ ਹੈਗੇ। ਇਹ ਸਾਰੀਆਂ ਚੀਜ਼ਾਂ ਅਸੀਂ 2022 ਦੇ ਮੈਨੀਫੈਸਟੋ ਵਿੱਚ ਆਪ ਜੀ ਦੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ। ਮੈਡਮ ਜੀ, ਇੱਕ ਲਾਸਟ ਮੇਰਾ ਸਵਾਲ ਹੈਗਾ ਵੀ ਨਵਜੋਤ ਸਿੰਘ ਸਿੱਧੂ ਜੀ ਦੇ ਪੋਸਟਰ ਜਿਹੜੇ ਹੈਗੇ ਆ, ਕੋਈ ਜਗਰਾਉਂ ਦੇ ਵਿੱਚ ਸਿਰਫ ਜਾਂ ਗੇਜਾ ਰਾਮ ਜੀ ਵੱਲੋਂ ਲੱਗੇ ਹੈਗੇ ਆ, ਜਾਂ ਮੇਰੇ ਖਿਆਲ ਮੈਂ ਦੇਖੇ ਸੀਗੇ ਪੁਰਸ਼ੋਤਮ ਲਾਲ ਖਲੀਫਾ ਜੀ ਵੱਲੋਂ ਲੱਗੇ ਹੈਗੇ ਆ, ਮੈਂ ਦੇਖਿਆ। ਮੈਂ ਤੁਹਾਨੂੰ ਅਸੀਂ ਫੋਟੋ ਭੇਜ ਦਿੰਨੇ ਹੈਗੇ ਆ ਜੀ। ਲੱਡੂ ਤੱਕ ਜਿਹੜੇ ਕਾਂਗਰਸੀ ਉਨੀ ਖੁਸ਼ੀ ਨਹੀਂ ਮਨਾਏਗੀ ਜਗਰਾਉਂ ਦੇ ਵਿੱਚ। ਦੇਖੋ ਜੀ, ਐਸਾ ਕੁਝ ਨਹੀਂ ਹੈਗਾ ਕਿ ਨਵਜੋਤ ਸਿੰਘ ਸਿੱਧੂ ਜੀ ਦੇ ਆਉਣ ਦੀ ਸਾਨੂੰ ਖੁਸ਼ੀ ਨਹੀਂ, ਬਲਕਿ ਸਾਨੂੰ ਨਵਜੋਤ ਸਿੰਘ ਜੀ ਦੇ ਆਉਣ ਦੀ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਅਸੀਂ ਉਸ ਦਿਨ, ਜਿਸ ਦਿਨ ਹਾਲੇ ਉਹਨਾਂ ਦਾ ਅਨਾਉਂਸਮੈਂਟ ਵੀ ਨਹੀਂ ਸੀ ਹੋਇਆ, ਹਾਲੇ ਉਹ ਹਾਈ ਕਮਾਂਡ ਨੂੰ ਮਿਲ ਰਹੇ ਸੀਗੇ, ਅਸੀਂ ਚੰਡੀਗੜ੍ਹ ਸੀਗੇ, ਅਸੀਂ ਆਪਣੇ ਵੱਲੋਂ ਉਹਨਾਂ ਨੂੰ ਉਸੇ ਦਿਨ ਹੀ ਵਧਾਈ ਦੇ ਦਿੱਤੀ ਸੀਗੀ। ਔਰ ਸਾਡਾ ਔਰ ਉਹਨਾਂ ਦੇ ਪਰਿਵਾਰ ਦਾ ਇੱਕ ਬਹੁਤ ਹੀ ਨੇੜਤਾ ਦਾ ਰਿਲੇਸ਼ਨ ਰਿਹਾ ਹੋਇਆ। ਮੇਰੇ ਵੱਡੇ ਭਾਈ ਸਾਹਿਬ ਦੇ ਨਾਲ ਉਹ ਕ੍ਰਿਕਟ ਖੇਡਦੇ ਰਹੇ ਹੈਗੇ ਨੇ, ਔਰ ਮੇਰੇ ਹਸਬੈਂਡ ਵੀ ਕ੍ਰਿਕਟ ਟੀਮ ਵਿੱਚ ਸੀਗੇ, ਉਹਨਾਂ ਦਾ ਉਸ ਵੇਲੇ ਰਾਂਝੀ ਟਰੋਫੀ ਖੇਡਦੇ ਸੀਗੇ। ਤੇ ਇਸ ਕਰਕੇ ਸਾਡਾ ਨਵਜੋਤ ਸਿੰਘ ਸਿੱਧੂ ਜੀ ਦੇ ਨਾਲ ਇੱਕ ਪਰਸਨਲ ਰਿਲੇਸ਼ਨ ਵੀ ਹੈਗਾ ਹੈ। ਸਾਨੂੰ ਤਾਂ ਉਹਨਾਂ ਦੇ ਬਣਨ ਦੀ ਬਹੁਤ ਖੁਸ਼ੀ ਹੈਗੀ ਹੈ, ਔਰ ਸਿਰਫ ਸਾਡੇ ਪਰਸਨਲ ਤੌਰ 'ਤੇ ਨਹੀਂ, ਪਾਰਟੀ ਦੇ ਵਾਸਤੇ ਇੱਕ ਬਹੁਤ ਹੀ ਅੱਛਾ ਚਿਹਰਾ ਆਏ ਹੈਗੇ ਨੇ। ਉਹਨਾਂ ਨੇ ਇੱਕ ਪਾਰਟੀ ਦੇ ਅੰਦਰ ਜੋਸ਼ ਜਿਹੜਾ ਵਰਕਰਾਂ ਦਾ ਸੀਗਾ ਉਹਨੂੰ ਜ਼ਰੂਰ ਵਧਾਇਆ ਹੈਗਾ, ਔਰ ਸਾਡੀ ਪਾਰਟੀ ਹਾਈ ਕਮਾਂਡ ਦਾ ਇਹ ਡਿਸੀਜਨ ਹੈਗਾ। ਇਸ ਕਰਕੇ ਅਸੀਂ ਪਾਰਟੀ ਹਾਈ ਕਮਾਂਡ ਦੇ ਡਿਸੀਜਨ ਦੀ ਰਿਸਪੈਕਟ ਵੀ ਕਰਦੇ ਔਰ ਇਹਨੂੰ ਵੈਲਕਮ ਵੀ ਕਰਦੇ ਹੈਗੇ ਆ। ਔਰ ਸਾਨੂੰ ਬਹੁਤ ਪਰਸਨਲ ਤੌਰ 'ਤੇ ਖੁਸ਼ੀ ਸੀ, ਸਾਡੀਆਂ ਪਰਸਨਲ ਤੌਰ 'ਤੇ ਸਿੱਧੂ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਵੀ ਗਈਆਂ ਸੀ, ਸਾਡੀਆਂ ਫਲੈਕਸੀਆਂ ਵੀ ਲੱਗੀਆਂ ਸੀ। ਹਾਂ, ਇਹ ਮੈਂ ਜ਼ਰੂਰ ਕਹਾਂਗੀ, ਸਾਡੀਆਂ ਫਲੈਕਸੀਆਂ ਲੱਗਣ ਤੋਂ ਬਾਅਦ ਲਵਾ ਦਿੱਤੀਆਂ ਗਈਆਂ ਸੀਗੀਆਂ ਕੁਛ, ਉਹ ਹੁਣ ਇੱਥੋਂ ਦੇ ਜਗਰਾਉਂ ਦੇ ਲੋਕਾਂ ਦਾ ਕੁਝ ਹੋ ਸਕਦਾ ਹੋਇਆ ਹੋਵੇ, ਪਰ ਸਾਡੀਆਂ ਫਲੈਕਸੀਆਂ ਲੱਗੀਆਂ ਹੋਈਆਂ ਦੀਆਂ ਫੋਟੋਗ੍ਰਾਫਸ, ਸਨੈਪਸ ਅਸੀਂ ਸਾਰੀਆਂ ਰੱਖੀਆਂ ਹੋਈਆਂ ਨੇ, ਉਹ ਸਾਰੀਆਂ ਅਸੀਂ ਭੇਜੀਆਂ ਵੀ ਨੇ। ਔਰ ਹਰ ਜਿੱਥੇ ਜਿੱਥੇ ਸਾਡਾ ਬੋਰਡ ਲੱਗਿਆ ਹੈ ਅਸੀਂ ਉੱਥੇ ਜ਼ਰੂਰ ਇਸ ਖੁਸ਼ੀ ਦਾ ਜ਼ਾਹਿਰ ਕੀਤਾ ਹੈਗਾ। ਮੈਡਮ, ਹੋ ਸੀਗਾ ਸਵਾਲ ਬਹੁਤ ਨਿਕਲ ਆਉਂਦੇ ਹੈਗੇ ਆ। ਨਵਜੋਤ ਸਿੰਘ ਸਿੱਧੂ ਜੀ ਜਦੋਂ ਵੀ ਜਗਰਾਉਂ ਆਉਂਦੇ ਹੈਗੇ ਆ, ਗੱਡੀ ਪਹਿਲਾਂ ਤੁਹਾਡੇ ਦਫ਼ਤਰ ਆਊਗੀ, ਕਿੱਥੇ ਜਾਊਗੀ ਜੀ ਪਹਿਲਾਂ? ਸਰ ਜੀ, ਮੈਂ ਨਵਜੋਤ ਸਿੰਘ ਸਿੱਧੂ ਜੀ ਦੀ ਡਰਾਈਵਰ ਨਹੀਂ ਹੈਗੀ। ਮੈਂ ਆਪ ਜੀ ਨੂੰ ਇਹ ਦੱਸ ਰਹੀ ਹੈਗੀ ਆ ਕਿ ਦੇਖੋ, ਅਸੀਂ ਨਾ ਆਪਣੇ ਉੱਤੇ ਬਹੁਤ ਸਾਰੀਆਂ ਬੈਂਚਮਾਰਕ ਲਗਾ ਦਿੰਦੇ ਹਾਂ। ਉਹਨਾਂ ਨੇ ਜੀ ਸਭ ਤੋਂ ਪਹਿਲਾਂ ਉੱਠ ਕੇ ਕਿਹਨੂੰ ਜੱਫੀ ਪਾਈ, ਉਹਨਾਂ ਨੇ ਜੀ ਪਹਿਲਾਂ ਉੱਠ ਕੇ ਕਿਹਦੇ ਮੂੰਹ 'ਚ ਲੱਡੂ ਪਾਇਆ। ਭਾਈ, ਜਿਹਦੇ ਪਹਿਲਾ ਪਾਤਾ ਤੇ ਜਿਹਦੇ ਦੂਜਾ ਪਾਤਾ, ਉਹਨੂੰ ਕੋਈ ਲੱਡੂ ਦੀ ਮਿਠਾਸ ਘੱਟ ਲੱਗੀ ਸੀਗੀ, ਜਾਂ ਉਹਨੂੰ ਉਹ ਜੱਫੀ ਜਿਹੜੀ ਸੀਗੀ ਉਹ ਘੱਟ ਲੱਗੀ ਸੀਗੀ। ਸਾਡੇ ਅੰਦਰ ਇੱਕ ਰੇਸ ਨਹੀਂ ਹੈ, ਸਾਡੇ ਅੰਦਰ ਇੱਕ ਕੰਪੀਟੀਸ਼ਨ ਨਹੀਂ ਹੈ। ਸਾਡੀ ਪਾਰਟੀ ਹੈ, ਸਾਡੇ ਲੀਡਰ ਨੇ, ਸਾਡੇ ਲੀਡਰ ਸਾਡੇ ਸਤਿਕਾਰਯੋਗ ਨੇ, ਮਾਨਯੋਗ ਨੇ। ਅਸੀਂ ਆਪਣੇ ਲੀਡਰ ਦਾ ਜਿਹੜਾ ਵੀ
ਸਮਾਂ ਹੋਏਗਾ ਉਹਨੂੰ ਜ਼ਰੂਰ ਉਹਦੇ ਵਾਸਤੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਵੀ ਉਹ ਸਾਨੂੰ ਦੇਣ, ਪਰ ਅਸੀਂ ਇਹ ਨਹੀਂ ਕਵਾਂਗੇ ਕਿ ਜੀ ਦੂਜੇ ਦਾ ਸਮਾਂ ਕੱਟ ਕੇ ਸਾਨੂੰ ਦੇਣ। ਉਹਨਾਂ ਦਾ ਜੋ ਵੀ ਏਜੰਡਾ ਸੈੱਟ ਹੁੰਦਾ ਹੈ, ਉਹਨਾਂ ਦੀ ਆਪਣੀ ਇੱਕ ਵਰਕਿੰਗ ਸਟਾਈਲ ਹੈਗਾ, ਉਹਦੇ ਅਕੋਰਡਿੰਗਲੀ ਸੈੱਟ ਹੁੰਦਾ ਹੈਗਾ। ਮੈਂ ਵੀ ਆਪਣੇ ਜਦੋਂ ਵਰਕਰਸ ਨੂੰ ਮਿਲਦੀ ਹਾਂ ਜਾਂ ਮੈਂ ਵੀ ਇੱਥੇ ਆਪਣੇ ਜਿਹੜੇ ਲੋਕਾਂ ਨੂੰ ਮਿਲਦੀ ਹਾਂ, ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਕੋਈ ਮੇਰੇ ਨੂੰ ਪਰਸਨਲੀ ਨੋਨ ਹੈ ਉਹਨੂੰ ਮੈਂ ਪਹਿਲਾਂ ਮਿਲਾਂਗੀ ਅਤੇ ਜਿਹਨੂੰ ਮੈਂ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਮਿਲ ਰਹੀ ਹਾਂ ਉਹਨੂੰ ਮੈਂ ਬਾਅਦ ਦਾ ਟਾਈਮ ਦਾਂਗੀ। ਮੈਂ ਵੀ ਆਪਣੇ ਇੱਕ ਸਿਸਟਮ ਦੇ ਨਾਲ ਇੱਕ ਉਸ ਤਰੀਕੇ ਨਾਲ ਕੰਮ ਕਰਦੀ ਹਾਂ। ਹਾਂ, ਮੈਂ ਸਮੇਂ ਦੀ ਬਹੁਤ ਪਾਬੰਦ ਹਾਂ, ਇਸ ਚੀਜ਼ ਦੀ ਮੈਂ ਆਪ ਜੀ ਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ। ਮੇਰੀ ਦੀ ਕੋਸ਼ਿਸ਼ ਹੁੰਦੀ ਹੈ ਜੇ ਮੈਂ ਕਿਸੇ ਨੂੰ ਕੋਈ ਸਮੇਂ ਦੇ ਦਿੱਤਾ ਹੈ, ਅਪਾਇੰਟਮੈਂਟ ਦੇ ਦਿੱਤੀ, ਤੇ ਉਸ ਚੀਜ਼ ਨੂੰ ਪੂਰਾ ਓਨਰ ਕਰਾਂ। ਕਿਸੇ ਨੂੰ ਵੇਟ ਕਰਾਉਣਾ ਮੈਨੂੰ ਅੱਛਾ ਨਹੀਂ ਲੱਗਦਾ। ਮੇਰੇ ਪਿਤਾ ਜੀ ਦੀ ਇਹ ਬੜੀ ਵੱਡੀ ਸਿਫਤ ਸੀਗੀ, ਉਹਨਾਂ ਦੀ ਇਹ ਬੜੀ ਵੱਡੀ ਆਦਤ ਸੀਗੀ ਕਿ ਮਿਨਿਸਟਰ ਹੁੰਦੇ ਹੋਏ ਵੀ ਉਹਨਾਂ ਨੇ ਕਦੀ ਵੀ 1 ਮਿੰਟ ਦੀ ਵੀ ਡਿਲੇ ਕਿਸੇ ਪਲੇਨ ਦੀ, ਕਿਸੇ ਟ੍ਰੇਨ ਦੀ ਨਹੀਂ ਹੋਣ ਦਿੱਤੀ। ਕਿ ਉਹਨਾਂ ਦੀ ਵਜ੍ਹਾ ਦੇ ਨਾਲ ਟ੍ਰੇਨਾਂ ਜਾਂ ਪਲੇਨਾਂ 'ਚ ਜਾਂ ਅੱਜ ਕੱਲ੍ਹ ਵੈਸੇ ਵੀ ਤਰੀਕਾ ਹੁੰਦਾ VIP ਕਲਚਰ ਕਿ ਜੀ VIP ਆ ਰਿਹਾ ਅਤੇ ਲੋਕ ਵੇਟ ਕਰਨ। ਸਾਡੇ ਪਿਤਾ ਜੀ ਦਾ ਇਹ ਕਲਚਰ ਨਹੀਂ ਸੀ, ਉਹਨਾਂ ਨੇ ਇਹ ਸਿੱਖਿਆ ਸਾਨੂੰ ਨਹੀਂ ਦਿੱਤੀ। ਸਾਨੂੰ ਸਮੇਂ ਦੇ ਪਾਬੰਦ ਹੋਣ ਦਾ ਉਹਨਾਂ ਨੇ ਦੱਸਿਆ। ਔਰ ਸਿੱਧੂ ਸਾਹਿਬ ਜਦੋਂ ਵੀ ਆਉਣਗੇ ਅਸੀਂ ਉਹਨਾਂ ਦਾ ਵੈਲਕਮ ਜਗਰਾਉਂ 'ਚ ਕਰਾਂਗੇ। ਔਰ ਸਿੱਧੂ ਸਾਹਿਬ ਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਲੱਡੂ ਅਸੀਂ ਖਾਈਏ ਅਤੇ ਅਸੀਂ ਪਹਿਲਾਂ ਲੱਡੂ ਉਹਨਾਂ ਨੂੰ ਖਵਾਈਏ। ਕਿਉਂਕਿ ਮੈਂ ਮੈਡਮ ਸਵਾਲ ਇਸ ਲਈ ਕੀਤਾ ਹੈਗਾ, ਇੱਥੋਂ ਦੇ ਵੱਡੇ ਚਿਹਰਾ ਹੈਗਾ, ਉਹਦਾ ਨਾਂ ਆਪਾਂ ਲੈਣਾ ਨਹੀਂ ਹੈਗਾ, ਕਾਂਗਰਸ ਦੇ। ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਸਾਨੂੰ ਲੱਡੂ ਨਹੀਂ ਖਵਾਇਆ ਹੈਗਾ, ਨਵਜੋਤ ਸਿੰਘ ਸਿੱਧੂ ਜੀ ਪ੍ਰਧਾਨ ਬਣ ਗਏ। ਉਹ ਕਹਿੰਦੇ ਚੁੱਪ ਰਹੋ ਜੀ ਤੁਸੀਂ 1 ਹਫ਼ਤਾ। ਦੇਖੋ ਜੀ, ਉਹ ਹੋ ਸਕਦਾ ਉਹ ਕਿਸੇ ਡਾਈਟ ਤੇ ਹੋਣ, ਉਹਨਾਂ ਨੇ ਸ਼ਾਇਦ 1 ਹਫ਼ਤਾ ਲੱਡੂ ਨਾ ਖਾਣਾ ਹੋਵੇ। ਸਾਡੇ ਘਰ ਵਿੱਚ ਤਾਂ ਐਸਾ ਕੁਝ ਨਹੀਂ ਹੈਗਾ। ਸਾਡੇ ਤਾਂ ਸਿਹਤਾਂ ਦੇਖ ਕੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਬਥੇਰੇ ਲੱਡੂ ਖਾਧੇ ਹੋਏ ਨੇ ਤੇ ਲੱਡੂ ਖਵਾਏ ਵੀ ਹੋਏ ਨੇ। ਨਹੀਂ, ਦੇਖੋ ਇਹਨਾਂ ਛੋਟੀਆਂ ਟਿਚਕਰਾਂ 'ਚ ਨਹੀਂ ਆਪਾਂ ਨੂੰ ਪੈਣਾ ਚਾਹੀਦਾ। ਦੇਖੋ ਦੇਸ਼ ਕਿੱਧਰ ਜਾ ਰਿਹਾ ਹੈ ਇਸ ਤਰ੍ਹਾਂ ਨਾ ਮੈਡਮ, ਕਿਉਂਕਿ ਸ਼ਾਇਦ ਕੋਈ ਨਿੱਜੀ ਇੱਥੋਂ ਦਾ ਪੇਪਰ ਹੈਗਾ, ਨਾਂ ਨਹੀਂ ਲੈਣਾ, ਉਹ 'ਚ ਖਬਰ ਵੀ ਬਕਾਇਦਾ ਲੱਗੀ ਸੀ, ਉਸ ਤੋਂ ਦੂਜੇ ਦਿਨ 1-2 ਬੋਰਡ ਲੱਗ ਗਏ। ਨਹੀਂ, ਦੇਖੋ ਇਸ ਤਰੀਕੇ ਦੀ ਗੱਲ ਨਹੀਂ ਸੋਚਣੀ ਚਾਹੀਦੀ। ਦੇਖੋ ਸਾਡਾ ਬੋਰਡ ਤਾਂ ਮੈਂ ਆਪ ਜੀ ਨੂੰ ਆਪਣੇ ਫਲੈਕਸੀ ਜਿਨ੍ਹਾਂ ਨੇ ਬਣਾਇਆ ਉਹਨਾਂ ਦਾ ਨਾਮ ਔਰ ਨੰਬਰ ਦੇ ਦਿੰਦੀ ਹਾਂ। ਉਹਨਾਂ ਨੂੰ ਪੁੱਛ ਲਓ, ਹਾਂ ਉਹਨਾਂ ਨੂੰ ਪੁੱਛ ਲਓ ਕਿ ਅਸੀਂ ਆਰਡਰ ਉਹਨਾਂ ਨੂੰ ਕਦੋਂ ਦਾ ਦਿੱਤਾ ਹੋਇਆ ਹੈ ਔਰ ਅਸੀਂ ਕਦੋਂ ਦਾ ਆਪਣੇ ਫਲੈਕਸੀ ਦੇ ਆਰਡਰ ਦਿੱਤੇ ਹੋਏ ਸੀਗੇ, ਕਦੋਂ ਦੇ ਸਾਡੇ ਫਲੈਕਸੀ ਆਰਡਰ ਬਣ ਕੇ ਆਏ ਨੇ, ਲੱਗੇ ਨੇ। ਦੇਖੋ ਕਿਉਂਕਿ ਅਸੀਂ ਨਾ ਸੈਂਟਰ ਵੱਲੋਂ, ਹਾਈ ਕਮਾਂਡ ਵੱਲੋਂ ਆਏ ਹਾਂ, ਇੱਥੇ ਥੋੜ੍ਹਾ ਜਿਹਾ ਸਾਡਾ ਤਾਲਮੇਲ ਜਦੋਂ ਬਣਿਆ ਹੈ ਅਤੇ ਉਸ ਤਰੀਕੇ ਨਾਲ ਸਾਡਾ, ਮੈਂ ਵੀ ਫਿਰ ਆਪ ਜੀ ਦੀ ਲਾਈਨ ਕਹਾਂ, ਮੂੰਹ ਮੈਂ ਬੋਲਣਾ ਨਹੀਂ ਚਾਹੁੰਦੀ ਕੌਣ ਨੇ, ਪਰ ਕੁਝ ਲੋਕ ਇਸ ਤਰੀਕੇ ਦੇ ਨੇ ਜਿਹੜੇ ਪਾਰਟੀ ਦੇ ਅੰਦਰ ਇਸ ਭਾਵਨਾ ਨੂੰ ਲੈ ਕੇ ਆਉਂਦੇ ਨੇ ਕੰਪੀਟੀਸ਼ਨ ਦੀ। ਅਸੀਂ ਕੰਪੀਟੀਸ਼ਨ ਜਿਹੜਾ ਹੈ ਉਹ ਇੱਕ ਦੂਜੇ ਨਾਲ ਨਹੀਂ ਕਰਨਾ। ਅਸੀਂ ਕੰਪੀਟੀਸ਼ਨ ਕਰਨਾ ਹੈ ਕਿ ਅਸੀਂ ਇੱਕ ਪਾਰਟੀ ਬਤੌਰ ਦੂਜੀ ਪਾਰਟੀ ਕਿਵੇਂ ਕੰਮ ਕਰਦੇ ਹਾਂ। ਅਸੀਂ ਇੱਕ ਦੂਜੇ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਦੇਖ ਕੇ ਅਤੇ ਸ਼ਾਇਦ ਇਸ ਚੀਜ਼ ਨੂੰ ਸਿੱਖੀਏ ਕਿ ਅਸੀਂ ਆਪਣੀ ਪਾਰਟੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਜੇ ਮੰਨ ਲਓ ਇੱਕ ਭਰਾ ਸਾਡਾ ਲੱਡੂ ਦਾ ਡੱਬਾ ਆਰਡਰ ਕਰਨਾ ਭੁੱਲ ਵੀ ਗਿਆ ਸੀ ਅਤੇ ਦੂਜੇ ਨੂੰ ਕਰ ਦੇਣਾ ਚਾਹੀਦਾ ਸੀਗਾ। ਜਦੋਂ ਘਰ ਵਿੱਚ ਵਿਆਹ ਸ਼ਾਦੀ ਦਾ ਵੀ ਕੋਈ ਫੰਕਸ਼ਨ ਹੁੰਦਾ, 100 ਕੰਮ ਹੁੰਦੇ ਨੇ ਜਿਹੜੇ ਆਪਣੇ ਦਿਮਾਗ 'ਚੋਂ ਰਹਿ ਜਾਂਦੇ। ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕੋਈ ਸ਼ਾਦੀ ਦਾ ਵੀ ਜਿਹੜਾ ਉਹ ਰੰਗ ਫਿੱਕਾ ਕਰਨਾ ਚਾਹੁੰਦੇ। ਜ਼ਿੰਮੇਵਾਰੀ ਲੈ ਕੇ ਇੱਕ ਪਰਿਵਾਰ ਵਾਂਗੂ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਕਿ ਪਾਰਟੀ ਦੇ ਆਦੇਸ਼ ਦੇ ਨਾਲ ਜਿਹੜਾ ਚਿਹਰਾ ਸਾਹਮਣੇ ਆਇਆ ਔਰ ਇੱਕ ਬੜਾ ਹੀ ਮਨਪਸੰਦ ਚਿਹਰਾ ਹੈਗਾ, ਬੜਾ ਹਰ ਦਿਲ ਪ੍ਰਿਯ ਚਿਹਰਾ ਹੈਗਾ। ਐਸੀ ਕੋਈ ਗੱਲ ਨਹੀਂ ਜਿਹੜੀ ਅਸੀਂ ਕਹੀਏ ਕਿ ਸਾਨੂੰ ਆਪਣੇ ਲੀਡਰ ਦੇ ਉੱਤੇ ਫਕਰ ਨਹੀਂ ਹੈਗਾ। ਸਾਨੂੰ ਬਹੁਤ ਖੁਸ਼ੀ ਹੈਗੀ ਹੈ ਸਿੱਧੂ ਵੀਰ ਜੀ ਦੇ ਆਉਣ ਦੀ। ਔਰ ਸਾਨੂੰ ਇਹ ਦੇਖਣਾ ਚਾਹੀਦਾ ਕਿ ਜੇ ਕਿਸੇ ਪਾਸਿਓਂ ਵੀ ਕੋਈ ਗੱਲ ਐਸੀ ਚੱਲ ਰਹੀ ਤਾਂ ਅਸੀਂ ਉਹਨੂੰ ਖਤਮ ਕਰੀਏ। ਅਸੀਂ ਉਹਦਾ ਤੋਹਮਤ ਜਾਂ ਉਹਦੀ ਟਿਚਕਰਾਂ ਕਰਕੇ ਉਸ ਗੱਲ ਨੂੰ ਵੱਡਾ ਕਰੀਏ, ਇਹ ਸਾਡੇ ਲੀਡਰਸ਼ਿਪ ਦੇ ਉੱਤੇ ਇੱਕ ਅੱਛੀ ਗੱਲ ਨਹੀਂ ਜਾਂਦੀ ਹੈਗੀ। ਸਾਡੀ ਉਹੀ ਕੋਸ਼ਿਸ਼ ਹੈ ਕਿ ਹੁਣ ਸਭ ਤੋਂ ਵੱਧ ਲੱਡੂ ਜਗਰਾਓਂ ਵਿੱਚ ਵੰਡੇ ਜਾਣ। ਜਿਸ ਦਿਨ ਸਿੱਧੂ ਸਾਹਿਬ ਆਉਣ ਅਸੀਂ ਦਿਖਾ ਦਈਏ ਕਿ ਸਾਡੇ ਦਿਲ ਵਿੱਚ ਕਿੰਨਾ ਜੋਸ਼ ਹੈਗਾ ਔਰ ਅਸੀਂ ਕਿੰਨੀ ਖੁਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਬੈਠੇ ਹੈਗੇ। ਲਾਸਟ ਵਿੱਚ ਮੈਡਮ ਫੇਰ ਮੇਰਾ ਉਹੀ ਸਵਾਲ ਹੈਗਾ ਵੀ ਟਿਕਟ ਕਾਂਗਰਸ ਦੀ ਕੈਂਡੀਡੇਟ ਦੀ ਕਦੋਂ ਤੱਕ ਕਲੀਅਰ ਹੋ ਜੂਗੀ? 2 ਮਹੀਨੇ 2 ਰਹਿ ਗਏ ਮੈਡਮ। ਦੇਖੋ ਜੀ, ਮੈਂ ਆਪ ਜੀ ਨੂੰ ਫਿਰ ਇਹੋ ਕਹਿ ਰਹੀ ਕਿ ਇਹ ਪਾਰਟੀ ਹਾਈ ਕਮਾਂਡ ਦਾ ਡਿਸੀਜਨ ਹੈਗਾ ਹੈ। ਸਾਨੂੰ ਲਾਸਟ ਮਿਨਟ ਵੀ ਜੇ ਟਿਕਟ ਦਿੱਤੀ ਜਾਏਗੀ, ਸਾਡੀ ਤਿਆਰੀ ਪੂਰੀ ਹੈਗੀ ਹੈ। ਸਾਡੇ ਵੱਲੋਂ ਅਸੀਂ ਜਗਰਾਓਂ ਦੀ ਪਬਲਿਕ ਵਾਸਤੇ ਅੱਜ ਵੀ ਖੜੇ ਹਾਂ, ਜਿਸ ਦਿਨ ਟਿਕਟ ਅਨਾਊਂਸ ਹੋਏਗੀ ਉਸ ਦਿਨ ਵੀ ਖੜੇ ਹਾਂ ਔਰ ਹਮੇਸ਼ਾ ਲਈ ਖੜੇ ਰਵਾਂਗੇ। ਕਿਉਂਕਿ ਸਾਨੂੰ ਇਸ ਪਰਿਵਾਰ ਦੇ ਵਿੱਚ ਆ ਕੇ ਆਪਣੇ ਪਰਿਵਾਰ ਤੋਂ ਇਹੋ ਸਿੱਖਿਆ ਮਿਲੀ ਕਿ ਜਿਸ ਵੀ ਹਲਕੇ 'ਚ ਜਾਓ। ਮੇਰੇ ਪਿਤਾ ਜੀ ਨੇ ਇੱਕ ਇਲੈਕਸ਼ਨ 1962 ਮੋਗੇ ਤੋਂ ਲੜੀ,
ਉਸ ਤੋਂ ਬਾਅਦ 1984 ਤੋਂ ਬਾਅਦ ਪਿਤਾ ਜੀ ਨੂੰ ਰਾਜਸਥਾਨ ਸ਼ਿਫਟ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਦੋ ਵਾਰੀ ਇੱਥੇ ਪੰਜਾਬ 'ਚ ਫਿਰ ਦੁਬਾਰਾ ਮੇਰੇ ਬ੍ਰਦਰ ਨੇ ਬਠਿੰਡੇ ਤੋਂ ਇਲੈਕਸ਼ਨ ਲੜੀ, ਜਿਹੜੇ ਤੁਹਾਡੇ ਨਾਲ ਬੈਠੇ ਹੋਏ ਸੀਗੇ। ਉਸ ਤੋਂ ਬਾਅਦ ਪਿਤਾ ਜੀ ਨੇ ਵੀ ਰੋਪੜ ਦੀ ਬਾਈ ਇਲੈਕਸ਼ਨ ਲੜੀ। ਸਾਡੇ ਜਿੰਨੇ ਵੀ ਪਾਰਟੀ ਵਰਕਰਸ ਨੇ ਪਰਿਵਾਰ ਵਾਂਗੂ ਨੇ। ਸਾਡੇ ਪਿਤਾ ਜੀ ਦੇ ਜਿੰਨੇ ਵੀ ਪਾਰਟੀ ਵਰਕਰਸ ਨੇ 1962 ਤੋਂ ਲੈ ਕੇ ਅੱਜ ਤੱਕ, ਹੁਣੇ ਮੈਂ ਤੁਹਾਨੂੰ ਮੁਲਾਕਾਤ ਕਰਵਾਉਣੀ, ਉਹ 1962 ਤੋਂ ਮੇਰੇ ਪਿਤਾ ਜੀ ਦੇ ਵਰਕਰ ਨੇ। ਉਹ ਅੱਜ ਵੀ ਸਾਡੇ ਪਰਿਵਾਰ ਦੇ ਵਿੱਚ ਉਨਾ ਹੀ ਹਿੱਸਾ ਔਰ ਉਨਾ ਹੀ ਪਿਆਰ ਪਾਉਂਦੇ ਨੇ। ਸੋ ਇਸ ਕਰਕੇ ਸਾਡਾ ਪਿਆਰ ਜਿਹੜਾ ਹੁੰਦਾ ਹੈ ਉਹ ਸਾਡੇ ਹਲਕੇ ਨਾਲ ਇੱਕ ਵਾਰੀ ਜਦੋਂ ਜੁੜ ਜਾਂਦਾ ਰਿਸ਼ਤਾ, ਉਹ ਹਮੇਸ਼ਾ ਲਈ ਕਾਇਮ ਰਹਿੰਦਾ ਹੈਗਾ। ਉਹਦੇ ਵਿੱਚ ਅਸੀਂ ਪਾਰਟੀ ਪੋਲੀਟਿਕਸ, ਟਿਕਟ, ਨੋ ਟਿਕਟ, ਇਲੈਕਸ਼ਨ, ਨੋ ਇਲੈਕਸ਼ਨ, ਉਹ ਅਸੀਂ ਉਸ ਚੀਜ਼ ਨੂੰ ਨਹੀਂ ਦੇਖਦੇ। ਅਸੀਂ ਜਦੋਂ ਵੀ ਜੁੜਦੇ ਹਾਂ ਦਿਲ ਨਾਲ ਜੁੜਦੇ ਹਾਂ, ਹਮੇਸ਼ਾ ਲਈ ਜੁੜਦੇ ਹਾਂ। ਬਹੁਤ ਵਧੀਆ ਮੈਡਮ ਜੀ, ਤੁਸੀਂ ਗੱਲਾਂ ਕੀਤੀਆਂ। ਪਰ ਜਿਹੜੇ ਕਾਂਗਰਸੀ ਇੱਥੋਂ ਦੇ ਜਿਹੜੇ ਪਹਿਲਾਂ ਤੋਂ 10-20 ਸਾਲ ਤੋਂ ਰਹਿ ਰਹੇ ਆ, ਪਰ ਉਹ ਮੈਨੂੰ ਕਹਿੰਦੇ ਆ ਤੁਸੀਂ ਇੱਕ ਹਫ਼ਤਾ ਰੁਕ ਜਾਓ ਜੀ, ਆਪਾਂ ਇੰਟਰਵਿਊ ਨਹੀਂ ਕਰਨੀ। ਉਹ ਪਤਾ ਨਹੀਂ ਕਾਰਨ ਕੀ ਹੋ ਸਕਦਾ ਜੀ, ਤੁਹਾਨੂੰ ਕੀ ਲੱਗਦਾ? ਇਹ ਹੁਣ ਜੀ ਆਪ ਜੀ ਇੱਕ ਹਫ਼ਤੇ ਬਾਅਦ ਉਹਨਾਂ ਦਾ ਇੰਟਰਵਿਊ ਲੈ ਕੇ ਮੈਨੂੰ ਵੀ ਦੱਸ ਦੇਣਾ, ਕਿਉਂਕਿ ਦੇਖੋ ਕਿਸੇ ਦੇ ਮਨ ਵਿੱਚ ਕੀ ਮਨਸ਼ਾ। ਮੇਰੀ ਪੋਜ਼ਿਟਿਵ ਥਾਟਸ ਹੈਗੇ ਨੇ। ਮੈਂ ਕਦੀ ਵੀ ਕਿਸੇ ਚੀਜ਼ ਦੀ ਇਸ ਗੱਲ ਨੂੰ ਨਹੀਂ ਕਹਿੰਦੀ ਕਿ ਜੀ ਮੈਂ ਕਿਸੇ ਵਿਰੋਧੀ ਧੜਾ ਜਾਂ ਕੋਈ, ਆਪ ਜੀ ਨੇ ਪਹਿਲਾਂ ਵੀ ਸੁਣਿਆ ਕਿ ਸਾਡੇ ਕੋਈ ਵਿਰੋਧੀ ਧੜੇ ਜਾਂ ਦੁਸ਼ਮਣੀਆਂ ਨਹੀਂ ਹੁੰਦੀਆਂ। ਸਾਡੇ ਇੱਕ ਵਿਚਾਰਾਂ ਦਾ ਮਤਭੇਦ ਜ਼ਰੂਰ ਹੁੰਦਾ ਹੈ। ਉਹ ਪਾਰਟੀ ਹੋਵੇ, ਪਰਿਵਾਰ ਹੋਵੇ, ਉਹਦੇ 'ਚ ਸਾਰਿਆਂ 'ਚ ਹੀ ਹੁੰਦਾ। ਆਪ ਜੀ ਵੀ ਪਰਿਵਾਰਿਕ ਹੋਏਗੇ ਹੋ, ਆਪ ਜੀ ਜਾਣਦੇ ਹੈਗੇ ਹੋ ਕਿ ਜਦੋਂ ਪਰਿਵਾਰ ਵਿੱਚ ਦੋ ਭਰਾ ਵੀ ਹੋਣ ਜਾਂ ਆਪਣੇ ਮਾਤਾ ਪਿਤਾ ਵੀ ਹੋਣ ਜਾਂ ਆਪਣੇ ਬੱਚੇ ਜਾਂ ਆਪਣੇ ਹਸਬੈਂਡ ਵਾਈਫ ਵੀ ਹੋਣ, ਸਾਰਿਆਂ ਦੇ ਨਾਲ ਤੁਹਾਡਾ ਕੁਛ ਨਾ ਕੁਛ ਮਤਭੇਦ ਜ਼ਰੂਰ ਚੱਲਦਾ ਹੈਗਾ। ਉਸ ਚੀਜ਼ ਨੂੰ ਤੁਸੀਂ ਵਿਰੋਧਤਾ ਨਹੀਂ ਸਮਝਦੇ ਹੈਗੇ ਹੋ, ਉਸ ਚੀਜ਼ ਨੂੰ ਤੁਸੀਂ ਮਤਭੇਦ ਸਮਝਦੇ ਹੈਗੇ ਹੋ। ਇਸੇ ਤਰੀਕੇ ਨਾਲ ਸਾਡਾ ਪਾਰਟੀ ਦੇ ਅੰਦਰ ਇਹੀ ਚੱਲਣ ਹੈਗਾ ਕਿ ਜਿਹੜਾ ਵੀ ਕੋਈ ਕਿਸੇ ਦਾ ਮਤਭੇਦ ਹੈਗਾ, ਅਸੀਂ ਬੈਠ ਕੇ ਗੱਲ ਜ਼ਰੂਰ ਕਰ ਸਕਦੇ ਹਾਂ, ਪਰ ਅਸੀਂ ਇਹਨਾਂ ਚੀਜ਼ਾਂ ਦੇ ਦਾਅਵੇ ਨਹੀਂ ਕਰ ਸਕਦੇ ਕਿ ਜੀ ਤੁਸੀਂ ਆਹ ਦੇਖ ਲੈਣਾ ਉਹ ਉੱਦਾਂ ਹੋ ਜਾਊਗਾ, ਆਹ ਦੇਖ ਲੈਣਾ ਉੱਦਾਂ ਹੋ ਜਾਊਗਾ, ਕਿਉਂਕਿ ਹੋਣਾ ਉਹੀ ਹੈ ਜੋ ਪਾਰਟੀ ਹਾਈ ਕਮਾਂਡ ਹੈ। ਅਸੀਂ ਉਹਨਾਂ ਦੇ ਜੋਤਸ਼ੀ ਨਹੀਂ ਹੈਗੇ ਜਿਹੜਾ ਅਸੀਂ ਇੱਥੇ ਬੈਠੇ ਪ੍ਰੈਡਿਕਟ ਕਰੀਏ ਕਿ ਹਫ਼ਤੇ ਬਾਅਦ ਹਾਈ ਕਮਾਂਡ ਦਾ ਮਨ ਇੱਦਾਂ ਚੱਲੂਗਾ ਤੇ ਹਫ਼ਤੇ ਬਾਅਦ ਹਾਈ ਕਮਾਂਡ ਸਾਡੇ ਕਹੇ ਤੇ ਇੱਦਾਂ ਕਰ ਦੂਗੀ। ਇੰਨੇ ਵੱਡੇ ਬੋਲ ਮੈਂ ਨਹੀਂ ਬੋਲ ਸਕਦੀ। ਹਾਂ, ਜੇ ਕਿਸੇ ਦੇ ਅੰਦਰ ਹਿੰਮਤ ਹੈਗੀ ਜਿਹੜੀ ਹਾਈ ਕਮਾਂਡ ਦੀ ਮਨਸ਼ਾ ਨੂੰ ਪ੍ਰੈਡਿਕਟ ਕਰਕੇ ਆਪ ਜੀ ਦੇ ਅੱਗੇ ਲੈ ਕੇ ਆਵੇ, ਹੋ ਸਕਦਾ ਬਹੁਤ ਵੱਡੇ ਜੋਤਸ਼ੀ ਹੋਣ ਤੇ ਜਾਂ ਹੋ ਸਕਦਾ ਉਹ ਉਹਨਾਂ ਦੀ ਜਿਹੜੀ ਨਸੀਹਤਾਂ ਨੇ ਉਹ ਹਾਈ ਕਮਾਂਡ ਦੇ ਕੁਝ ਪਹਿਲਾਂ ਪਹੁੰਚੀਆਂ ਹੋਣ। ਮੈਂ ਉਹਦੇ 'ਤੇ ਟਿੱਪਣੀ ਨਹੀਂ ਕਰਨਾ ਚਾਹਾਂਗੀ। ਠੀਕ ਹੈ ਮੈਡਮ, ਲਾਸਟ ਜਗਰਾਉਂ ਵਾਸੀਆਂ ਨੂੰ ਕੋਈ ਮੈਸੇਜ? ਮੈਂ ਜਗਰਾਉਂ ਵਾਸੀਆਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਜੀ ਕਿ ਮੈਂ ਆਪ ਜੀ ਦੀ ਸੇਵਾ ਵਿੱਚ ਅੱਜ ਹੈਗੀ ਹਾਂ। ਮੈਂ ਪਹਿਲਾਂ ਵੀ ਕਹਿੰਦੀ ਹਾਂ, ਹੁਣ ਫਿਰ ਕਹਿੰਦੀ ਕਿ ਮੇਰਾ ਜਗਰਾਉਂ, ਮੇਰਾ ਹਲਕਾ, ਮੇਰਾ ਪਰਿਵਾਰ ਹੈਗਾ ਔਰ ਮੈਂ ਇਸ ਪਰਿਵਾਰ ਦੇ ਵਿੱਚ ਜਦੋਂ ਆਪਣੀ ਸੇਵਾ ਲੈ ਕੇ ਆਈ ਹਾਂ, ਮੈਂ ਆਪਣੀ ਸੇਵਾ ਦੇ ਨਾਲ ਉਹਨਾਂ ਦੇ ਵਾਸਤੇ ਸਮਰਪਿਤ ਹੈਗੀ ਹਾਂ। ਉਹ ਆਪਣਾ ਆਸ਼ੀਰਵਾਦ ਦੇ ਕੇ ਮੇਰੀ ਇਸ ਸੇਵਾ ਨੂੰ ਜਿਹੜਾ ਹੈਗਾ ਪ੍ਰਵਾਨ ਕਰਨ, ਅਤੇ ਮੈਂ ਉਹਨਾਂ ਤੋਂ ਇਸ ਆਸ਼ੀਰਵਾਦ ਦੀ ਉਮੀਦ ਰੱਖਦੀ ਹਾਂ।